प्यारे बच्चों, ਅੱਜ ਅਸੀਂ ਬਹੁਤ ਹੀ ਮਹੱਤਵਪੂਰਨ ਅਤੇ ਬੜਾ ਹੀ ਦਿਲਚਸਪ ਗਣਿਤ ਦਾ ਇੱਕ ਕਨਸੈਪਟ ਸਮਝਣ ਜਾ ਰਹੇ ਹਾਂ, ਜਿਸ ਦਾ ਨਾਮ ਹੈ ਸੰਖਿਆ ਪ੍ਰਣਾਲੀ। ਸੰਖਿਆ ਦਾ ਨਾਮ ਸੁਣਦੇ ਹੀ ਤੁਹਾਡੇ ਜ਼ਿਹਨ ਦੇ ਵਿੱਚ ਜਾਂ ਦਿਮਾਗ ਦੇ ਵਿੱਚ ਸੰਖਿਆਵਾਂ ਨਜ਼ਰ ਆਉਣ ਲੱਗ ਜਾਂਦੀਆਂ ਹਨ, ਜਿਨ੍ਹਾਂ ਦਾ ਅਸੀਂ ਰੋਜ਼ਾਨਾ ਹੀ ਜ਼ਿੰਦਗੀ ਦੇ ਵਿੱਚ ਪ੍ਰਯੋਗ ਕਰਦੇ ਹਾਂ। ਤੇ ਇਹਨਾਂ ਨੂੰ ਅੱਜ ਅਸੀਂ ਇਹਨਾਂ ਦੀ ਉਤਪਤੀ, ਇਹਨਾਂ ਦੀ ਸੰਖਿਆ ਦੀ ਲੋੜ ਕਿਉਂ ਪਈ, ਜਾਂ ਵੱਖ-ਵੱਖ ਤਰ੍ਹਾਂ ਦੀਆਂ ਕਿੰਨੀਆਂ ਸੰਖਿਆਵਾਂ ਦੇ ਨਾਲ ਅਸੀਂ ਰੋਜ਼ ਆਪਣਾ ਗਣਿਤ ਸਿੱਖਦੇ ਹਾਂ ਜਾਂ ਦੈਨਿਕ ਜੀਵਨ 'ਚ ਇਹਨਾਂ ਦੀ ਵਰਤੋਂ ਕਰਦੇ ਹਾਂ, ਇਸ ਬਾਰੇ ਵਿਸਤਾਰ ਦੇ ਨਾਲ ਅੱਜ ਅਸੀਂ ਪੜ੍ਹਾਂਗੇ। ਤਾਂ ਮੇਰੇ ਨਾਲ ਇਸ ਦੀ ਪੂਰੀ ਵਿਸਤਾਰਪੂਰਵਕ ਕਹਾਣੀ ਵੀ ਤੁਹਾਨੂੰ ਸੁਣਾਉਣਗੇ। ਮੇਰੇ ਨਾਲ ਬੈਠੇ ਹਨ ਬਹੁਤ ਹੀ ਗਣਿਤ ਦੇ ਮਾਹਿਰ ਸ਼੍ਰੀ ਵਿਸ਼ਾਲ ਜੀ, ਔਰ ਇਹ ਸਟੇਟ ਰਿਸੋਰਸ ਗਰੁੱਪ ਦੇ ਮੈਂਬਰ ਵੀ ਹਨ। ਤੇ ਇਹਨਾਂ ਨੇ ਇੱਕ ਬਹੁਤ ਹੀ ਇੰਟਰਸਟਿੰਗ ਤੇ ਪਿਆਰਾ ਜਿਹਾ ਤੁਹਾਡੇ ਲਈ ਸੰਖਿਆ ਪ੍ਰਣਾਲੀ ਦਾ ਜਿਹੜਾ ਹੈ ਲੈਸਨ ਤਿਆਰ ਕੀਤਾ ਹੈ। ਉਮੀਦ ਹੈ ਕਿ ਤੁਸੀਂ ਇਹਨੂੰ ਬੜੇ ਧਿਆਨ ਨਾਲ ਸੁਣੋਗੇ। ਠੀਕ ਹੈ, ਹੁਣ ਵਿਸ਼ਾਲ ਜੀ ਆਪਾਂ ਸੰਖਿਆ ਪ੍ਰਣਾਲੀ ਦੀ ਗੱਲ ਕਰਨ ਲੱਗੇ ਹਾਂ। ਤਾਂ ਬੱਚੇ ਵਾਕਿਆ ਹੀ ਮੈਨੂੰ ਲੱਗਦਾ ਹੈ ਜਿਵੇਂ ਕਿ ਉਹਨਾਂ ਦੇ ਅੱਗੇ, ਉਹਨਾਂ ਦੇ ਸਾਹਮਣੇ ਸੰਖਿਆਵਾਂ 1 2 3 4 ਤਰ ਰਹੀਆਂ ਹੋਣਗੀਆਂ। ਉਹਨਾਂ ਨੂੰ ਲੱਗਦਾ ਹੈ ਕਿ ਸੰਖਿਆਵਾਂ ਦੀ ਵਰਤੋਂ ਜਿਹੜੀ ਹੈ ਬੈਂਕਾਂ 'ਚ ਹੁੰਦੀ ਹੈ, ਤਜਾਰਤ 'ਚ ਹੁੰਦੀ ਹੈ, ਵਪਾਰ 'ਚ ਹੁੰਦੀ ਹੈ। ਰੋਜ਼ਾਨਾ ਉਹ ਹਾਜ਼ਰੀ ਰਜਿਸਟਰ ਦੇ ਉੱਤੇ ਵੇਖਦੇ ਹਨ। ਠੀਕ ਹੈ, ਕਿੰਨੇ ਬੱਚੇ ਅੱਜ ਪ੍ਰੈਜ਼ੈਂਟ ਹਨ, ਹਾਜ਼ਰੀ ਬੋਰਡ 'ਤੇ ਦੇਖਦੇ ਹਨ, ਜਾਂ ਆਪਣੀ ਕੋਈ ਸਮਾਨ ਚੀਜ਼ ਖਰੀਦਣ ਜਾਂਦੇ ਹਨ, ਜਾਂ ਆਪਣੇ ਦੀ ਕਮਰੇ ਦੀ ਲੰਬਾਈ ਚੌੜਾਈ ਕਰਦੇ ਹਨ, ਜਾਂ ਕਿਸੇ ਨੂੰ ਇਹ ਦੱਸਣਾ ਹੋਵੇ ਵੀ ਕਿੰਨਾ ਸਮਾਂ ਹੋ ਗਿਆ ਹੈ, ਜਾਂ ਕਿੰਨੀ ਦੂਰੀ ਹੈ, ਜਾਂ ਬੱਸ ਦਾ ਕਿੰਨਾ ਨੰਬਰ ਹੈ, ਟੈਕਸੀ ਦਾ ਕਿੰਨਾ ਨੰਬਰ ਹੈ। ਮੇਰਾ ਖਿਆਲ ਹੈ ਸਾਡੀ ਜ਼ਿੰਦਗੀ ਦੇ ਵਿੱਚ ਸੰਖਿਆਵਾਂ ਦਾ ਬਹੁਤ ਹੀ ਰੋਲ ਹੈ। ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਅੱਜ ਇਹਨਾਂ ਨੂੰ ਸੰਖਿਆ ਪ੍ਰਣਾਲੀ ਦੀ ਇੱਕ ਬਹੁਤ ਸੋਹਣੀ ਕਹਾਣੀ ਸੁਣਾਓਗੇ। ਹਾਂਜੀ ਸਰ। ਹਾਂਜੀ ਬੱਚਿਓ, ਤੁਹਾਨੂੰ ਹੁਣ ਲੱਗੇਗਾ ਵੀ ਸੰਖਿਆਵਾਂ ਕਿੱਥੋਂ ਆਈਆਂ। ਠੀਕ ਹੈ, ਪੁਰਾਤਨ ਜ਼ਮਾਨੇ ਦੇ ਵਿੱਚ ਜਿਹੜੀ ਸੰਖਿਆਵਾਂ ਹਨ ਉਹਨਾਂ ਦਾ ਵੱਖ-ਵੱਖ ਰੂਪ ਸੀ। ਕਈ ਸੱਭਿਅਤਾਵਾਂ ਵਿੱਚ ਇੱਕ ਰੱਸੀ ਦੀ ਵਿੱਚ ਗੱਠਾਂ ਮਾਰ ਕੇ ਗਿਣਤੀ ਕੀਤੀ ਜਾਂਦੀ ਸੀ। ਕਈ ਸੱਭਿਅਤਾ ਵਿੱਚ ਕੀ ਕਰਦੇ ਸੀ, ਉਹ ਕੰਧਾਂ ਦੇ ਉੱਤੇ ਲਕੀਰਾਂ ਮਾਰ ਲੈਂਦੇ ਸੀ। ਲਕੀਰਾਂ ਦੇ ਨਾਲ ਹੀ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਸਾਡੇ ਕੋਲ ਕਿੰਨੀਆਂ ਬੋਰੀਆਂ ਹਨ, ਕਿੰਨੀਆਂ ਸਾਡੇ ਕੋਲ ਕੁਝ ਵੀ ਗਿਣਨਯੋਗ ਵਸਤੂਆਂ ਹਨ। ਤਾਂ ਉਹਨਾਂ ਦੀ ਉਤਪਤੀ ਤੋਂ ਬਾਅਦ ਸਾਡੇ ਕੋਲ ਸੰਖਿਆਵਾਂ ਕਿਸ ਤਰ੍ਹਾਂ ਆਈਆਂ, ਆਓ ਅਸੀਂ ਪੜ੍ਹੀਏ ਵੀ ਅਸੀਂ ਜਿਹੜੀ ਗਿਣਤੀ ਹੈ ਉਹ ਕਿਵੇਂ ਕਰੀ। ਤਾਂ ਜਿਵੇਂ ਜਿਵੇਂ ਮਨੁੱਖ ਦੀ ਅੱਗੇ ਵੱਧਦਾ ਗਿਆ ਤਾਂ ਉਹਨਾਂ ਨੇ ਕੀ ਕੀਤਾ ਵੀ ਇਹਨਾਂ ਚਿੰਨ੍ਹਾਂ ਨੂੰ ਕਿਹਨਾਂ ਦਾ ਰੂਪ ਦੇਣਾ ਸ਼ੁਰੂ ਕਰ ਦਿੱਤਾ, ਚਿੰਨ੍ਹਾਂ ਦਾ ਰੂਪ ਦੇਣਾ ਸ਼ੁਰੂ ਕਰ ਦਿੱਤਾ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜੀਆਂ ਪ੍ਰਾਕ੍ਰਿਤਿਕ ਸੰਖਿਆਵਾਂ ਹੋਂਦ ਵਿੱਚ ਆਈਆਂ, ਜਿਨ੍ਹਾਂ ਨੂੰ ਅਸੀਂ ਇੰਗਲਿਸ਼ ਵਿੱਚ ਨੈਚੁਰਲ ਨੰਬਰ, ਕਿਉਂਕਿ ਇਹ ਪ੍ਰਾਕ੍ਰਿਤਿਕ ਤੋਂ ਸਿੱਧੇ ਹੀ ਲਏ ਗਏ ਸਨ, ਜਿਨ੍ਹਾਂ ਨੂੰ ਅਸੀਂ 1 ਤੋਂ ਸ਼ੁਰੂ ਹੁੰਦੇ ਹਨ। 1 ਵਿੱਚ ਅਗਰ ਅਸੀਂ 1 ਜੋੜ ਦਈਏ ਤਾਂ ਸਾਡੇ ਕੋਲ ਅਗਲੀ ਸੰਖਿਆ 2 ਪ੍ਰਾਪਤ ਹੋ ਜਾਂਦੀ ਹੈ। 2 ਵਿੱਚ 1 ਜੋੜ ਦਿੰਦੇ ਹਾਂ ਤਾਂ 3 ਪ੍ਰਾਪਤ ਹੋ ਜਾਂਦੀ ਹੈ। ਇੱਦਾਂ ਕਰਦੇ ਕਰਦੇ ਸਾਡੇ ਕੋਲ ਅਨੰਤ ਰੂਪ ਵਿੱਚ ਪ੍ਰਾਕ੍ਰਿਤਿਕ ਸੰਖਿਆਵਾਂ ਪ੍ਰਾਪਤ ਹੋ ਜਾਂਦੀਆਂ ਹਨ। ਜਿਹੜੀ ਸਭ ਤੋਂ ਛੋਟੀ ਪ੍ਰਾਕ੍ਰਿਤਿਕ ਸੰਖਿਆ ਹੈ ਉਹ 1 ਹੈ, ਤੇ ਸਭ ਤੋਂ ਵੱਡੀ ਜਿਹੜੀ ਪ੍ਰਾਕ੍ਰਿਤਿਕ ਸੰਖਿਆ ਹੈ ਉਹ ਅਸੀਂ ਪਤਾ ਨਹੀਂ ਕਰ ਸਕਦੇ, ਕਿਉਂਕਿ ਇਹ ਅਨੰਤ ਰੂਪ ਵਿੱਚ ਹੁੰਦੀਆਂ ਹਨ। ਹਾਂ ਵਿਸ਼ਾਲ ਜੀ, ਮੈਨੂੰ ਤੁਹਾਡੀਆਂ ਪ੍ਰਾਕ੍ਰਿਤਿਕ ਸੰਖਿਆਵਾਂ ਦੀ ਗੱਲ ਸੁਣ ਕੇ ਬਹੁਤ ਹੀ ਆਨੰਦ ਆਇਆ, ਔਰ ਮੈਨੂੰ ਵੀ ਇੱਕ ਛੋਟੇ ਹੁੰਦਿਆਂ ਇੱਕ ਕਹਾਣੀ ਯਾਦ ਆ ਗਈ। ਤਾਂ ਇੱਕ ਆਜੜੀ ਹੁੰਦਾ ਸੀ, ਸ਼ਾਇਦ ਤੁਸੀਂ ਉਸ ਦੀ ਕਹਾਣੀ ਇੱਥੇ ਸੁਣਾਓਗੇ। ਤਾਂ ਉਸਦਾ ਕਿਆ ਕਰਦਾ ਸੀ, ਉਸਨੂੰ ਗਿਣਨਾ ਤੇ ਆਉਂਦਾ ਨਹੀਂ ਸੀ, ਕਿਉਂਕਿ ਉਸ ਤੋਂ ਪੁਰਾਣੇ ਜ਼ਮਾਨੇ 'ਚ ਜੇ ਗਿਣਤੀ ਦਾ ਕੋਈ ਵੀ ਐਸਾ ਸਾਡੇ ਕੋਲ ਪ੍ਰਣਾਲੀ ਨਹੀਂ ਸੀ ਬਣੀ। ਤਾਂ ਉਸਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਉਸਨੇ ਕਿਉਂਕਿ ਆਦਿ ਮਾਨਵ ਜਿਹੜਾ ਸੀ ਜਾਂ ਆਜੜੀ ਸੀ, ਉਹਨੇ ਕਾਫੀ ਸਾਰੀਆਂ ਭੇਡਾਂ ਰੱਖੀਆਂ ਹੋਈਆਂ ਸਨ। ਤਾਂ ਉਸਨੂੰ ਇਹ ਨਹੀਂ ਸੀ ਪਤਾ ਲੱਗਦਾ ਵੀ ਕੁੱਲ ਕਿੰਨੀਆਂ ਭੇਡਾਂ ਹਨ, ਜਾਂ ਦੂਸਰੀ ਗੱਲ ਉਹਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਸ਼ਾਮ ਤੱਕ ਜਾਂ ਸਵੇਰੇ ਉਹਨੇ ਕਿੰਨੀਆਂ ਭੇਡਾਂ ਲੈ ਕੇ ਗਏ, ਔਰ ਸ਼ਾਮ ਤੋਂ ਕਿਆ ਉਨੀਆਂ ਹੀ ਭੇਡਾਂ ਆ ਗਈਆਂ। ਤਾਂ ਉਸਨੇ ਇੱਕ ਬੜਾ ਹੀ ਵਧੀਆ ਜਿਹੜਾ ਹੈ ਤਰੀਕਾ ਅਪਣਾਇਆ। ਉਸਦੇ ਕੋਲ ਉਸ ਵੇਲੇ ਪੱਥਰ ਹੀ ਹੁੰਦੇ ਸੀ, ਛੋਟੇ ਛੋਟੇ ਬੀਟੇ ਜਿਵੇਂ ਹੁੰਦੇ ਨੇ, ਉਸਨੇ ਕਾਫੀ ਇਕੱਠੇ ਰੱਖ ਕੇ ਜਿਉਂ-ਜਿਉਂ ਹੀ ਉਹ ਸਵੇਰੇ ਆਪਣੀਆਂ ਭੇਡਾਂ ਨੂੰ ਵਾੜੇ 'ਚੋਂ ਬਾਹਰ ਕੱਢਦਾ ਤਾਂ ਇੱਕ ਬੀਟੀ ਨਾਲ ਰੱਖ ਲੈਂਦਾ। ਜਦੋਂ ਦੂਸਰੀ ਭੇਡ ਜਾਂਦੀ 2 ਰੱਖ ਲੈਂਦਾ, ਤੀਸਰੀ ਜਾਂਦੀ 3 ਰੱਖ ਲੈਂਦਾ। ਇਸ ਤਰ੍ਹਾਂ ਕਰਦੇ ਕਰਦੇ ਜਦੋਂ ਸਾਰੇ ਗੀਟੇ ਖਤਮ ਹੋ ਜਾਂਦੇ ਤਾਂ ਉਹਨੂੰ ਲੱਗਦਾ ਕਿ ਮੇਰੀਆਂ ਸਾਰੀਆਂ ਭੇਡਾਂ ਵਾੜੇ ਤੋਂ ਬਾਹਰ ਚਲ ਗਈਆਂ। ਇਸ ਤਰ੍ਹਾਂ ਹੀ ਉਹ ਪੱਥਰਾਂ ਨੂੰ ਉੱਥੇ ਰਹਿੰਦਾ। ਸ਼ਾਮ ਨੂੰ ਜਦੋਂ ਉਹ ਆਪਣੀਆਂ ਭੇਡਾਂ ਨੂੰ ਚਰਾਉਣ ਤੋਂ ਬਾਅਦ ਵਾਪਿਸ ਆਉਂਦਾ ਤਾਂ ਉਹ ਜਿਵੇਂ ਜਿਵੇਂ ਇੱਕ ਇੱਕ ਭੇਡ ਨੂੰ ਅੰਦਰ ਪਹੁੰਚਾਉਂਦਾ ਜਾਂਦਾ, ਇੱਕ ਇੱਕ ਬੀਟਾ ਦੂਸਰੇ ਪਾਸੇ ਰੱਖਦਾ ਜਾਂਦਾ। ਤਾਂ ਜੇਕਰ ਉਹਦੇ ਸਾਰੇ ਬੀਟੇ ਭੇਡਾਂ ਦੇ ਅੰਦਰ ਜਾਣਾ ਖਤਮ ਹੋ ਜਾਂਦੇ ਤੇ ਤੁਹਾਨੂੰ ਉਸਨੂੰ ਇਹ ਪਤਾ ਲੱਗ ਜਾਂਦਾ ਕਿ ਮੇਰੀਆਂ ਸਾਰੀਆਂ ਭੇਡਾਂ ਆ ਗਈਆਂ ਨੇ। ਹਾਲਾਂਕਿ ਉਸਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ
ਉਸ ਕੋਲ ਕਿੰਨੀਆਂ ਭੇਡਾਂ ਹਨ। ਪਰ ਉਸਨੇ ਇਹ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਸੰਖਿਆਵਾਂ ਦੀ ਲੋੜ ਜਿਹੜੀ ਪਈ ਔਰ ਉਸ ਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਬੱਚਿਆਂ ਨੂੰ ਕਿ ਉਹ ਨਿਸ਼ਾਨ ਲਾ ਕੇ ਜਾਂ ਪੱਥਰ ਲਾ ਕੇ ਜਾਂ ਗੰਢਾ ਬਣ ਕੇ ਅੰਦਾਜ਼ਾ ਲਗਾ ਲਿਆ ਜਾਂਦਾ ਕਿ ਸਾਡੇ ਕੋਲ ਕਿੰਨੀਆਂ ਚੀਜ਼ਾਂ ਹਨ। ਜਦੋਂ ਸਾਡੇ ਕੋਲ ਕਿੰਨੀਆਂ ਚੀਜ਼ਾਂ ਦੀ ਗੱਲ ਆਈ ਹੈ, ਕੁਦਰਤੀ ਤੌਰ ਤੇ ਇਹ ਗੱਲ ਆਈ ਹੋਈ ਕਿ ਕਿਸੇ ਕੋਲ ਵੱਧ ਹਨ ਜਾਂ ਘੱਟ ਹਨ, ਜਾਂ ਕਿਹੜੀ ਸੰਖਿਆ ਛੋਟੀ ਹੈ ਜਾਂ ਕਿਹੜੀ ਸੰਖਿਆ ਵੱਡੀ ਹੈ। ਤੁਸੀਂ ਬੜੇ ਹੀ ਰੋਚਕ ਤਰੀਕੇ ਨਾਲ ਦੱਸਿਆ ਹੈ ਕਿ ਜਿਵੇਂ ਜਿਵੇਂ ਸੰਖਿਆਵਾਂ ਦੇ ਵਿੱਚ ਇੱਕ ਸੰਖਿਆ ਜਾਂ ਇੱਕ ਵਸਤੂ ਆਈਟਮ ਅਸੀਂ ਵਧਾਉਂਦੇ ਜਾਂਦੇ ਹਾਂ ਤਾਂ ਅਗਲੀ ਸੰਖਿਆ ਜਾਂਦੀ ਹੈ। ਇਸੇ ਤਰ੍ਹਾਂ ਇਸ ਤਰ੍ਹਾਂ ਹੀ ਮੈਂ ਸਮਝਦੀ ਹਾਂ ਬੱਚਿਆਂ ਨੂੰ ਜੋ ਗੱਲ ਸਮਝ ਲੱਗੀ ਹੈ ਕਿ ਪ੍ਰਕਿਰਤਿਕ ਤੌਰ ਤੇ ਜਿਵੇਂ ਸਾਨੂੰ ਲੋੜ ਪੈਂਦੀ ਰਹੀ ਤਾਂ ਉਸ ਤਰ੍ਹਾਂ ਸੰਖਿਆਵਾਂ ਜਿਹੜੀਆਂ ਨੇ ਉਹ ਗਾਂ ਬਣਾਈ ਗਏ ਤੇ ਉਹਨਾਂ ਦੇ ਚਿੰਨ੍ਹ ਬਣਾ ਲਏ। ਸ਼ਾਇਦ ਇਸੇ ਹੀ ਕਰਕੇ ਇਹਨਾਂ ਸੰਖਿਆਵਾਂ ਦਾ ਨਾਂ ਅਸੀਂ ਪ੍ਰਕਿਰਤਿਕ ਸੰਖਿਆ ਰੱਖ ਰਹੇ ਹਾਂ। ਬਹੁਤ ਹੀ ਵਧੀਆ ਗੱਲ ਹੈ। ਹਾਂਜੀ ਬੱਚੋ, ਜਿਵੇਂ ਅਸੀਂ ਕਿਹਾ ਸੀ ਕਿ ਅਸੀਂ ਇੱਕ ਵਿੱਚ ਇੱਕ ਜੋੜ ਕੇ 2 ਵਿੱਚ ਇੱਕ ਜੋੜ ਕੇ 3 ਸੰਖਿਆਵਾਂ ਪ੍ਰਾਪਤ ਕਰੀਆਂ ਹਨ। ਇਸੇ ਤਰ੍ਹਾਂ ਜੇਕਰ ਅਸੀਂ ਇੱਕ ਵਿੱਚ 2 ਵਿੱਚੋਂ 1 ਘਟਾ ਦਈਏ ਤਾਂ 1 ਪ੍ਰਾਪਤ ਹੁੰਦਾ। ਜੇ 1 ਵਿੱਚ ਅਸੀਂ 1 ਘਟਾ ਦਈਏ ਤਾਂ ਸਾਨੂੰ ਕੀ ਪ੍ਰਾਪਤ ਹੁੰਦਾ? ਕੁਝ ਵੀ ਨਹੀਂ। ਪੁਰਾਣੇ ਜ਼ਮਾਨੇ ਵਿੱਚ ਇਸ ਨੂੰ ਕਿਹਾ ਜਾਂਦਾ ਸੀ ਕਿ ਸਾਡੇ ਕੋਲ ਕੁਝ ਵੀ ਨਹੀਂ ਹੈ ਜਿਹੜਾ ਉਹ ਪ੍ਰਾਪਤ ਹੋਇਆ ਹੈ। ਤਾਂ ਇਹਨੂੰ ਕਰਨ ਲਈ ਉਹਨਾਂ ਨੇ ਕੀ ਕੀਤਾ ਕਿ 0 ਦੀ ਖੋਜ ਹੋਈ। 0 ਦੀ ਜਦੋਂ ਖੋਜ ਹੋਈ ਤਾਂ ਸਾਡੇ ਕੋਲ ਹਾਂ ਬਿਲਕੁਲ ਹੀ ਉਸੇ ਤਰ੍ਹਾਂ ਹੀ ਹੈ ਜਿਵੇਂ ਸਰ ਨੇ ਦੱਸਿਆ ਹੈ ਕਿ ਜਦੋਂ ਸਾਡੇ ਕੋਲ ਮੰਨ ਲਓ ਮੇਰੇ ਕੋਲ 10 ਰੁਪਏ ਹੋਣ ਤਾਂ ਮੈਂ 10 ਰੁਪਏ ਹੀ ਸਾਰੇ ਕਿਸੇ ਨੂੰ ਦੇ ਦਿੰਨੀ ਹਾਂ, ਠੀਕ ਹੈ। ਤਾਂ ਇਹਦਾ ਮਤਲਬ ਮੇਰੇ ਕੋਲ ਕੁਝ ਵੀ ਨਹੀਂ ਬਚਿਆ। ਪਦੋਂ ਸੰਖਿਆ ਪ੍ਰਣਾਲੀ ਵਿੱਚ ਇਸ ਨੂੰ ਦਰਸਾਉਣ ਦਾ ਸ਼ਾਇਦ ਕੋਈ ਵੀ ਤਰੀਕਾ ਨਹੀਂ ਸੀ ਸਾਡੇ ਕੋਲ, ਠੀਕ ਹੈ। ਤੋ ਇਸ ਸੰਖਿਆ ਨੂੰ ਦਰਸਾਉਣ ਵਾਸਤੇ ਤਾਂ ਤੁਸੀਂ ਅੱਜ ਕੱਲ ਮੰਨ ਲਓ ਕਿ ਤੁਹਾਡੇ ਕੋਲ ਕੋਈ ਚੀਜ਼ ਨਾ ਹੋਵੇ ਤਾਂ ਤੁਸੀਂ ਕਿਸ ਤਰ੍ਹਾਂ ਦਰਸਾਉਂਦੇ ਹੋ? ਮੇਰਾ ਖਿਆਲ ਹੈ ਤੁਸੀਂ ਕਹੋਗੇ ਬਹੁਤ ਹੀ ਆਸਾਨ ਦੀ ਗੱਲ ਹੈ। ਤੇ ਅਗਰ ਮੇਰੇ ਕੋਲ 10 ਟੌਫੀਆਂ ਹਨ ਤੇ 10 ਹੀ ਟੌਫੀਆਂ ਤੁਸੀਂ ਆਪਣੇ ਦੋਸਤ ਨੂੰ ਦੇ ਦਿੰਦੇ ਹੋ ਤਾਂ ਤੁਸੀਂ ਇਹ ਕਹਿੰਦੇ ਹੋ ਕਿ ਮੇਰੇ ਕੋਲ ਕੁਝ ਵੀ ਨਹੀਂ ਬਚਿਆ, ਜਾਂ ਮੇਰੇ ਕੋਲ ਜਿਹੜਾ ਡੱਬਾ ਹੈ ਜਾਂ ਮੇਰੇ ਕੋਲ ਜਿਹੜਾ ਸਮੂਹ ਸੀ ਉਹ ਕਿਆ ਹੋ ਗਿਆ ਹੈ? ਨੀਲ ਹੋ ਗਿਆ ਹੈ। ਤਾਂ ਜਿਵੇਂ ਤੁਸੀਂ ਦੱਸ ਰਹੇ ਹੋ ਇਹਦਾ ਮਤਲਬ ਵਿਸ਼ਾਲ ਜੀ ਇਸ ਤਰ੍ਹਾਂ ਹੀ ਫਿਰ ਸਿਫਰ ਦੀ ਉਤਪਤੀ ਹੋਈ ਹੋਵੇਗੀ। ਬਹੁਤ ਸਾਰੇ ਜਿਹੜੇ ਗਣਿਤਕਾਰ ਸੀ ਉਹਨਾਂ ਨੇ ਕੁਝ ਵੀ ਨੂੰ ਨੀਲ ਲਈ ਵੀ ਦਰਸਾਇਆ ਗਿਆ। ਭਾਰਤੀ ਲੇਖਨ ਦੇ ਵਿੱਚ ਸੰਸਕ੍ਰਿਤੀ ਵਿੱਚ ਸਨੇਹ ਨਾਮ ਦੀ ਵਰਤੋਂ ਨੀਲ ਲਈ ਕੀਤੀ ਗਈ ਸੀ। ਉਹ ਚਿੰਨ੍ਹ 0 ਦੀ ਵਰਤੋਂ ਸਿਫਰ ਨੂੰ ਦਰਸਾਉਣ ਲਈ ਕਰਨੀ ਸ਼ੁਰੂ ਕਰ ਦਿੱਤੀ। ਤਾਂ ਇਸ ਤਰ੍ਹਾਂ ਜੇਕਰ ਅਸੀਂ ਹੁਣ ਪ੍ਰਾਕ੍ਰਿਤਿਕ ਸੰਖਿਆ ਦਾ ਵਿੱਚ 0 ਨੂੰ ਮਿਲਾ ਦਈਏ ਤਾਂ ਸਾਡੇ ਕੋਲ ਪੂਰਨ ਸੰਖਿਆਵਾਂ ਹੋਂਦ ਵਿੱਚ ਆਈਆਂ, ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਹੋਲ ਨੰਬਰ ਵੀ ਕਿਹਾ ਜਾਂਦਾ ਹੈ ਤੇ ਅਸੀਂ ਇਹਨੂੰ W ਨਾਲ ਡਿਨੋਟ ਕਰਦੇ ਹਾਂ। ਇਸ ਤਰ੍ਹਾਂ ਲੱਗਦਾ ਹੈ ਵਿਸ਼ਾਲ ਸਰ ਕਿ ਮੈਨੂੰ 2 ਗੱਲਾਂ ਸਮਝ ਲੱਗ ਰਹੀਆਂ ਹਨ। ਇੱਕ ਤੇ ਇਹ ਕਿ ਜਦੋਂ ਸਾਡੇ ਕੋਲ ਕੋਈ ਸੰਖਿਆ ਨਹੀਂ ਸੀ ਬਚਦੀ ਜਾਂ ਅਸੀਂ ਕੋਈ ਸਮਾਨ ਆਪਣਾ ਪੂਰਾ ਕਿਸੇ ਨੂੰ ਦੇ ਦਿੰਦੇ ਸਾਂ, ਇਸ ਨੂੰ ਦਰਸਾਉਣ ਵਾਸਤੇ ਅਸੀਂ ਸਿਫਰ ਜਾਂ 0 ਦੀ ਵਰਤੋਂ ਕਰਨ ਲੱਗ ਗਏ। ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਜਿਹੜੀਆਂ ਸਾਡੀਆਂ ਪ੍ਰਕਿਰਤਿਕ ਸੰਖਿਆਵਾਂ ਦੇ ਵਿੱਚ ਜਦੋਂ ਸਾਰੀਆਂ ਚੀਜ਼ਾਂ ਖਤਮ ਹੋਣ ਜਾਂ ਦੇ ਦਿੱਤੀਆਂ ਜਾਣ ਨੂੰ ਦਰਸਾਉਣ ਲਈ ਕੋਈ ਚਿੰਨ੍ਹ ਨਹੀਂ ਸੀ, ਤੇ ਹੁਣ ਲੱਗਦਾ ਸੀ ਜਿਹੜੀਆਂ ਪ੍ਰਕਿਰਤਿਕ ਸੰਖਿਆ ਨੇ ਹੁਣ ਬਹੁਤ ਪੂਰਨ ਹੋ ਗਈਆਂ ਨੇ ਔਰ ਉਹਨਾਂ ਦੇ ਵਿੱਚ ਸਾਡੇ ਕੋਲ 0 ਵੀ ਆ ਗਿਆ ਹੈ। ਤਾਂ ਸ਼ਾਇਦ ਇਹਨਾਂ ਸੰਖਿਆਵਾਂ ਦਾ ਨਾਂ ਇਸੇ ਕਰਕੇ ਪੂਰਨ ਸੰਖਿਆਵਾਂ ਕਿਹਾ। ਔਰ ਤੁਸੀਂ ਇੱਕ ਹੋਰ ਵੀ ਇੰਟਰਸਟਿੰਗ ਗੱਲ ਦੱਸੀ ਹੈ ਕਿ ਇਹ ਜਿਹੜਾ ਸਿਫਰ ਦਾ ਚਿੰਨ੍ਹ ਹੈ ਜਾਂ ਸਿਫਰ ਸੰਖਿਆ ਬਾਰੇ ਜਾਂ ਅੰਕ ਬਾਰੇ ਸਾਡੀ ਆਪਣੇ ਹੀ ਦੇਸ਼ ਦੀ ਖੋਜ ਹੈ। ਸਾਡੇ ਹੀ ਮਹਾਨ ਗਣਿਤਕਾਰ ਨੇ ਇਸ ਬਾਰੇ ਸਭ ਤੋਂ ਪਹਿਲਾਂ ਇਸ ਦਾ ਸੰਕਲਪ ਸੋਚਿਆ ਜਾਂ ਸਮਝਿਆ। ਹਾਂਜੀ ਬੱਚਿਓ, ਹੁਣ ਤੁਹਾਨੂੰ ਲੱਗਿਆ ਹੋਵੇਗਾ ਕਿ ਸੰਖਿਆਵਾਂ ਤਾਂ ਖਤਮ ਹੋ ਗਈਆਂ, ਪਰ ਨਹੀਂ। ਜਿਸ ਤਰ੍ਹਾਂ ਅਸੀਂ 1 ਵਿੱਚੋਂ 1 ਘਟਾ ਕੇ 0 ਪ੍ਰਾਪਤ ਕੀਤੀ ਸੀ, ਜੇਕਰ ਅਸੀਂ 0 ਵਿੱਚੋਂ 1 ਘਟਾ ਦਈਏ ਫਿਰ ਸਾਡੇ ਕੋਲ ਕੀ ਪ੍ਰਾਪਤ ਹੋਵੇਗਾ? ਤੁਸੀਂ ਦੱਸ ਸਕਦੇ ਹੋ। ਘਟਾਓ 1, ਇੱਦਾਂ ਹੀ ਘਟਾਓ 2, ਘਟਾਓ 3। ਤਾਂ ਇਹਦਾ ਮਤਲਬ ਇਹ ਹੈ ਕਿ ਇਹਨਾਂ ਸੰਖਿਆਵਾਂ ਦੇ ਵਿੱਚ ਅਗਰ ਅਸੀਂ ਰਿਣਾਤਮਕ ਸੰਖਿਆਵਾਂ ਵੀ ਜੋੜ ਦਈਏ, ਯਾਨੀ ਕਿ ਜਿੰਨੀਆਂ ਵੀ ਸਾਡੇ ਕੋਲ ਪੂਰਨ ਸੰਖਿਆਵਾਂ ਸਨ ਉਹਨਾਂ ਦੇ ਜੋੜਾਤਮਕ ਉਲਟ ਅਸੀਂ ਜੋੜ ਦਈਏ ਤਾਂ ਸਾਡੇ ਕੋਲ ਸੰਪੂਰਨ ਸੰਖਿਆਵਾਂ ਪ੍ਰਾਪਤ ਹੋ ਜਾਂਦੀਆਂ ਹਨ। ਇਹ ਰਿਣਾਤਮਕ ਸੰਪੂਰਨ ਸੰਖਿਆਵਾਂ ਨੂੰ ਅਸੀਂ ਘਟਾਓ ਦੇ ਚਿੰਨ੍ਹ ਨਾਲ ਅਸੀਂ ਦਰਸਾਉਂਦੇ ਹਾਂ, ਤੇ ਜਿਹੜੇ ਜਮਾ ਵਾਲੀਆਂ ਹਨ ਉਹਨਾਂ ਨੂੰ ਅਸੀਂ ਬੋਲਦੇ ਹਾਂ ਧਨਾਤਮਕ ਸੰਪੂਰਨ ਸੰਖਿਆਵਾਂ। ਹੁਣ ਜਿਹੜੀ ਸਿਫਰ ਹੈ ਉਹ ਨਾ ਤਾਂ ਰਿਣਾਤਮਕ ਸੰਪੂਰਨ ਸੰਖਿਆਵਾਂ ਦੇ ਵਿੱਚ ਆਈ ਹੈ ਤੇ ਨਾ ਹੀ ਧਨਾਤਮਕ ਸੰਪੂਰਨ, ਯਾਨੀ ਕਿ ਜਿਹੜੀ ਸਿਫਰ ਹੈ ਉਹ ਨਾ ਤਾਂ ਰਿਣਾਤਮਕ ਸੰਪੂਰਨ ਸੰਖਿਆ ਹੈ ਤੇ ਨਾ ਹੀ ਧਨਾਤਮਕ ਸੰਪੂਰਨ ਸੰਖਿਆ ਹੈ। ਹਾਂ ਬੱਚਿਓ, ਇਹ ਗੱਲ ਜਿਵੇਂ ਤੁਹਾਨੂੰ ਸਰ ਨੇ ਦੱਸਿਆ ਕਿ ਸੰਪੂਰਨ ਸੰਖਿਆਵਾਂ ਦੀ ਵੀ ਜਦੋਂ ਸਾਨੂੰ ਲੋੜ ਪਈ ਉਦੋਂ ਹੀ ਇਹ
ਹੋਂਦ ਵਿੱਚ ਆਈਆਂ ਜਾਂ ਕਹਿ ਸਕਦੇ ਉਦੋਂ ਹੀ ਅਸੀਂ ਇਹ ਚਿੰਨ੍ਹ ਬਣਾਏ, ਕਿਉਂਕਿ ਸੰਖਿਆਵਾਂ ਇੱਕ ਚਿੰਨ੍ਹ ਹੀ ਹਨ, ਠੀਕ ਹੈ ਨਾ। ਤਾਂ ਉਸ ਨਾਲ ਜਿਵੇਂ ਕਿ ਅਸੀਂ ਕਿਸੇ ਖੂਹ ਦੀ ਗਹਿਰਾਈ ਨਾਪਣੀ ਹੋਵੇ ਜਾਂ ਅਸੀਂ ਦੇਖਣਾ ਹੋਵੇ ਕਿ ਸਮੁੰਦਰ ਤਲ ਤੋਂ ਨੀਚੇ ਕਿੰਨੇ ਨੂੰ ਦੀ ਉਸੀ ਉਚਾਈ ਤਾਂ ਨਹੀਂ ਕਹਿ ਸਕਦੇ, ਗਹਿਰਾਈ ਕਵਾਂਗੇ ਨਾ। ਜਾਂ ਕੋਈ ਐਸੀ ਸੰਖਿਆ ਹੈ ਕਿ ਜਦੋਂ ਮੇਰੇ ਕੋਲ ਕੁਝ ਵੀ ਨਹੀਂ ਹੈ ਪਰ ਮੈਂ ਕਿਸੇ ਨੂੰ ਕੋਈ ਪੈਸੇ ਦੇਣ ਦਾ ਵਾਅਦਾ ਕਰ ਰਿਹਾ, ਜਾਂ ਮੇਰੇ ਕੋਲ ਮੈਂ ਕਿਸੇ ਕੋਲੋਂ 100 ਰੁਪਏ ਉਧਾਰ ਲਿਆ ਸੀ ਤਾਂ ਬਈ ਹੁਣ ਮੈਂ ਉਸ ਨੂੰ ਕਿਆ ਹੈ ਵਾਪਿਸ ਦੇਣ ਵਾਸਤੇ, ਕਿਆ ਮੇਰੇ ਕੋਲ ਕੋਈ ਜਿਹੜੇ ਹੈ ਨੋਟ 200 ਦਾ ਨੋਟ ਹੈ ਤਾਂ ਮੈਂ ਉਸਨੂੰ 200 ਨੋਟ ਦੇਤਾ, ਇਹਦਾ ਮਤਲਬ ਮੈਂ ਉਹਦੇ ਕੋਲ 100 ਰੁਪਏ ਵਾਪਿਸ ਲੈਣਾ ਹੈ। ਤਾਂ ਉਸ ਵਾਪਿਸ ਸੰਖਿਆ ਨੂੰ ਦਰਸਾਉਣ ਲਈ ਇਹਦਾ ਮਤਲਬ ਮੈਨੂੰ ਕੁਝ ਇਹੋ ਜਿਹੀ ਸੰਖਿਆਵਾਂ ਦੀ ਲੋੜ ਸੀ ਜੋ ਮੈਨੂੰ ਦੱਸ ਸਕੇ ਕਿ ਇਹ ਸੰਖਿਆ ਉਸ ਤੋਂ ਛੋਟੀ ਹੈ। ਜਿਵੇਂ ਕਿ 0 ਤੋਂ ਥੱਲੇ ਦੀ ਸੰਖਿਆ ਹੋਵੇ, ਜਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਅਸੀਂ ਕੁਝ ਰਿਣ ਦਾ ਦੱਸਣਾ ਹੋਵੇ ਕਿ ਮੈਂ ਉਧਾਰ ਲਿਆ ਹੈ ਜਾਂ ਮੈਂ ਕਿਸੇ ਨੂੰ ਕੁਝ ਦੇਣਾ ਹੈ, ਜਾਂ ਮੇਰੀ ਇਹ ਸੰਖਿਆ ਤੋਂ ਮੇਰੇ ਕੋਲ ਥੱਲੇ ਵੀ ਕੋਈ ਸੰਖਿਆ ਹੈ। ਤਾਂ ਇਹਨਾਂ ਸੰਖਿਆਵਾਂ ਨੂੰ ਦੱਸਣ ਵਾਸਤੇ ਕਿ ਸਾਡੇ ਕੋਲੋਂ 0 ਤੋਂ ਕੁਝ ਘੱਟ ਚੀਜ਼ ਹੈਗੀ ਹੈ ਤਾਂ ਉਸ ਵੇਲੇ ਅਸੀਂ ਰਿਣਾਤਮਕ ਸੰਖਿਆਵਾਂ ਦਾ ਜਿਹੜਾ ਹੈ ਉਹ ਚਿੰਨ੍ਹ ਬਣਾਇਆ। ਔਰ ਇਹਨਾਂ ਸੰਖਿਆਵਾਂ ਨੂੰ ਜਦੋਂ ਅਸੀਂ ਧਨਾਤਮਕ ਸੰਖਿਆਵਾਂ ਜਿਵੇਂ ਕਿ ਦੱਸਿਆ ਹੈ ਕਿ ਇਹਨਾਂ ਨੂੰ ਅਸੀਂ ਪ੍ਰਕਿਰਤਿਕ ਸੰਖਿਆਵਾਂ ਦੇ ਵਿੱਚ ਜਦੋਂ ਅਸੀਂ 0 ਵੀ ਜੋੜਦੇ ਹਾਂ ਪੂਰਨ ਸੰਖਿਆਵਾਂ ਬਣ ਜਾਂਦੀਆਂ ਨੇ। ਤਾਂ ਇਹਨਾਂ ਸਾਰਿਆਂ ਨੂੰ ਅਸੀਂ ਧਨਾਤਮਕ ਸੰਖਿਆ ਆਖਦੇ ਹਾਂ, ਜਿਹੜੀਆਂ 1 ਤੋਂ 2 3 ਜਾਂ ਵੱਧਦੀਆਂ ਜਾਂਦੀਆਂ ਹਨ। ਔਰ ਜਿਹੜੀਆਂ 0 ਤੋਂ ਛੋਟੀਆਂ ਸੰਖਿਆਵਾਂ ਨੇ ਉਹਨਾਂ ਨੂੰ ਅਸੀਂ ਮਾਈਨਸ ਦਾ ਨਿਸ਼ਾਨ ਨਾਲ ਲਾ ਕੇ ਸੰਕੇਤ ਦੇ ਦਿੱਤਾ ਕਿ ਇਹ 0 ਤੋਂ ਛੋਟੀਆਂ ਹਨ। ਤਾਂ ਇਹਨਾਂ ਸੰਖਿਆਵਾਂ ਦਾ ਨਾਂ ਰਿਣਾਤਮਕ ਰੱਖਤਾ। ਔਰ ਸਭ ਤੋਂ ਵਧੀਆ ਗੱਲ ਜਿਹੜੀ ਤੁਸੀਂ ਇਹ ਦੱਸੀ ਹੈ ਕਿ ਸਾਰੀਆਂ ਪ੍ਰਕਿਰਤਿਕ ਸੰਖਿਆਵਾਂ ਸਿਫਰ ਅਤੇ ਪ੍ਰਕਿਰਤਿਕ ਸੰਖਿਆਵਾਂ ਦੇ ਜੜਾਤਮਕ ਉਲਟ, ਯਾਨੀ ਕਿ 1 ਲਈ ਇੱਕ ਇਹੋ ਜਿਹੀ ਸੰਖਿਆ ਅਸੀਂ ਬਣਾ ਲਈ -1 ਕਿ ਜੇ ਉਸ ਨੂੰ ਜੋੜੀਏ ਤੇ ਸਾਨੂੰ ਸਿਫਰ ਹੀ ਪ੍ਰਾਪਤ ਹੋਏਗਾ। ਹੈ ਨਾ ਕਿੰਨੀ ਇੰਟਰਸਟਿੰਗ ਗੱਲ। ਅਗਰ 2 ਵਿੱਚ ਮੈਂ ਇੱਕ ਇਹੋ ਜਿਹੀ ਸੰਖਿਆ ਜੋੜਦੀ ਹਾਂ ਕਿ ਮੈਨੂੰ 0 ਪ੍ਰਾਪਤ ਹੁੰਦਾ ਹੈ ਤੇ ਨੈਚੁਰਲੀ ਉਹ ਸੰਖਿਆ ਕੀ ਹੋਏਗੀ -2। ਇਸੇ ਤਰ੍ਹਾਂ ਜੇ ਮੈਂ ਕਹਾਂ ਕਿ 3 ਵਿੱਚ ਮੈਂ ਇੱਕ ਐਸੀ ਸੰਖਿਆ ਜੋੜ ਰਹੀ ਹਾਂ ਕਿ ਮੈਨੂੰ 0 ਪ੍ਰਾਪਤ ਹੋ ਰਿਹਾ ਹੈ ਤਾਂ 3 ਵਿੱਚ ਮੈਂ ਕੀ ਜੋੜਿਆ ਹੋਏਗਾ -3। ਯਾਨੀ ਕਿ ਹਰੇਕ ਧਨਾਤਮਕ ਸੰਖਿਆ ਲਈ ਮੇਰੇ ਕੋਲ ਜਿਵੇਂ ਵਿਸ਼ਾਲ ਸਰ ਨੇ ਦੱਸਿਆ ਹੈ ਇੱਕ ਰਿਣਾਤਮਕ ਸੰਖਿਆ ਦਾ ਵੀ ਚਿੰਨ੍ਹ ਹੈ ਜਾਂ ਸੰਖਿਆ ਹੈ। ਇਹਨਾਂ ਸਾਰੀਆਂ ਸੰਖਿਆਵਾਂ ਨੂੰ ਤੁਸੀਂ ਮਿਲਾ ਕੇ ਕਹਿ ਰਹੇ ਹੋ ਕਿ ਸੰਪੂਰਨ ਸੰਖਿਆਵਾਂ ਦਾ ਬਣ ਗਿਆ, ਠੀਕ ਹੈ। ਤਾਂ ਇਹਦੇ ਬਾਰੇ ਇਹ ਵੀ ਦੱਸਣਾ ਮੇਰਾ ਖਿਆਲ ਹੈ ਕਿ ਇਹ ਰਿਣਾਤਮਕ ਸੰਖਿਆ ਜਦੋਂ ਬਣੀਆਂ ਉਦੋਂ ਹੀ ਸਿਫਰ ਦਾ ਜਿਹੜਾ ਸੰਕਲਪ ਸੀ ਹੋਰ ਵੀ ਸਪਸ਼ਟ ਹੋ ਗਿਆ, ਠੀਕ ਹੈ। ਔਰ ਇਹ ਖੋਜ ਸਾਡੇ ਬਹੁਤ ਹੀ ਮਹਾਨ ਗਣਿਤਕਾਰ ਬ੍ਰਹਮਗੁਪਤ ਜੀ ਵੱਲੋਂ ਪਹਿਲੀ ਵਾਰ ਹੀ ਦੱਸਿਆ ਗਿਆ ਸੀ, ਠੀਕ ਹੈ ਸਰ। ਕਿਆ ਇਸ ਤੋਂ ਇਲਾਵਾ ਵੀ ਕੋਈ ਹੋਰ ਸੰਖਿਆਵਾਂ ਹਨ ਸਾਡੇ ਕੋਲ? ਹਾਂਜੀ ਬੱਚਿਓ, ਹੁਣ ਤੁਸੀਂ ਸੰਖਿਆ ਰੇਖਾ ਬਾਰੇ ਤਾਂ ਜਾਣਦੇ ਹੀ ਹੋ ਕਿ ਅਸੀਂ ਕੀ ਕਰਦੇ ਹਨ। ਸਿਫਰ ਦੇ ਸੱਜੇ ਪਾਸੇ ਹਮੇਸ਼ਾ ਅਸੀਂ ਕੀ ਲਿਖਦੇ ਹਾਂ, ਧਨਾਤਮਕ ਸੰਪੂਰਨ ਸੰਖਿਆਵਾਂ, ਤੇ 0 ਦੇ ਖੱਬੇ ਪਾਸੇ ਹਮੇਸ਼ਾ ਅਸੀਂ ਕੀ ਲਿਖਦੇ ਹਨ, ਰਿਣਾਤਮਕ ਸੰਪੂਰਨ ਸੰਖਿਆਵਾਂ। ਹੁਣ ਤੁਸੀਂ ਦੱਸ ਸਕਦੇ ਹੋ ਜਿਹੜੀ ਆਪਣੀ 1 ਅਤੇ 2 ਹੈ ਇਸ ਦੇ ਵਿਚਕਾਰ ਵੀ ਕਿਆ ਕੋਈ ਸੰਖਿਆ ਹੋ ਸਕਦੀ ਹੈ? ਏਦਾਂ ਹੀ 2 ਜਾਂ 3 ਦੇ ਵਿਚਕਾਰ ਜਾਂ 3 ਜਾਂ 4 ਦੇ ਵਿਚਕਾਰ ਕੋਈ ਵੀ ਸੰਖਿਆ ਹੋ ਸਕਦੀ ਹੈ? ਹਾਂ ਬੱਚਿਓ, 1 ਅਤੇ 2 ਜਾਂ 2 ਅਤੇ 3 ਜਾਂ ਆਪਾਂ ਇਹ ਕਹਿ ਸਕਦੇ ਹਾਂ 1 ਅਤੇ 4 ਦੇ ਵਿਚਕਾਰ ਵੀ ਬਹੁਤ ਸਾਰੀਆਂ ਸੰਖਿਆਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਪਰਿਮੇਯ ਸੰਖਿਆ ਦੇ ਰੂਪ ਵਿੱਚ ਲਿਖਦੇ ਹਾਂ। ਸਰ ਇਹ ਤਾਂ ਬੜੀ ਹੈਰਾਨੀ ਦੀ ਗੱਲ ਹੈ ਕਿ ਸੰਖਿਆਵਾਂ ਦੇ ਵਿੱਚ ਵੀ ਹੋਰ ਕੋਈ ਸੰਖਿਆਵਾਂ ਹਨ। ਤੁਸੀਂ ਇਹਨਾਂ ਦਾ ਇੱਕ ਨਵਾਂ ਨਾਮ ਵੀ ਦੱਸਿਆ ਹੈ। ਹਾਂਜੀ, ਉਹ ਸੰਖਿਆਵਾਂ ਜਿਨ੍ਹਾਂ ਦਾ ਭਿੰਨ ਰੂਪ p/q, ਜਿੱਥੇ p ਅਤੇ q ਕੋਈ ਵੀ ਸੰਪੂਰਨ ਸੰਖਿਆਵਾਂ ਹੋ ਸਕਦੀਆਂ ਹਨ। ਤੇ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਉਹਦੇ q ਹੈ ਜਿਹੜਾ ਉਹ 0 ਦੇ ਬਰਾਬਰ ਨਹੀਂ ਹੋਣਾ ਚਾਹੀਦਾ ਦੇ ਰੂਪ ਵਿੱਚ ਦਰਸਾ ਸਕਦੇ ਹਾਂ, ਕਿਉਂਕਿ ਹੁਣ ਅਸੀਂ ਕਿਸੇ ਵੀ ਸੰਪੂਰਨ ਸੰਖਿਆ ਨੂੰ ਇਹਦਾ ਮਤਲਬ ਕੀ ਹੈ ਪਰਿਮੇਯ ਸੰਖਿਆ ਦੇ ਰੂਪ ਵਿੱਚ ਦਰਸਾ ਸਕਦੇ ਹਾਂ। ਜਿਵੇਂ ਕਿ 0 ਹੈ, ਜੇ 0/1 ਅਸੀਂ 1 ਲਿਖ ਦਈਏ ਜਾਂ 1/1 ਲਿਖ ਦਈਏ, 2/1 ਲਿਖ ਦਈਏ, ਤਾਂ ਅਸੀਂ ਜਿੰਨੀਆਂ ਵੀ ਸੰਪੂਰਨ ਸੰਖਿਆਵਾਂ ਹਨ ਉਹਨਾਂ ਨੂੰ ਵੀ ਪਰਿਮੇਯ ਸੰਖਿਆ ਦੇ ਰੂਪ ਵਿੱਚ ਦਰਸਾ ਸਕਦੇ ਹਾਂ। ਔਰ 1 ਅਤੇ 2 ਦੇ ਵਿਚਕਾਰ ਵੀ ਬਹੁਤ ਸਾਰੀਆਂ ਪਰਿਮੇਯ ਸੰਖਿਆਵਾਂ ਹੁੰਦੀਆਂ ਹਨ, ਜਿੱਦਾਂ 1/5 ਹੋ ਗਿਆ, 7/6 ਹੋ ਗਿਆ। ਇਹ ਸਾਰੀਆਂ ਕੀ ਹਨ, ਪਰਿਮੇਯ ਸੰਖਿਆਵਾਂ ਹਨ। ਮੈਨੂੰ ਲੱਗਦਾ ਹੈ ਵਿਸ਼ਾਲ ਸਰ ਸਾਡਾ ਧਿਆਨ ਜਿਹੜੀ ਇਹਨਾਂ ਨੇ ਸੰਖਿਆ ਰੇਖਾ ਬਾਰੇ ਦੱਸਿਆ ਹੈ ਕਿ ਕਿਉਂਕਿ ਸਾਰੀਆਂ ਰੇਖਾਵਾਂ ਇਹਨਾਂ ਨੇ ਇੱਕ
ਸਰਲ ਰੇਖਾ ਦੇ ਉੱਤੇ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਸ਼ਾਇਦ ਇਸੇ ਕਰਕੇ ਆਪਾਂ ਇਸ ਨੂੰ ਸੰਖਿਆ ਰੇਖਾ ਆਖਦੇ ਹਾਂ। ਤਾਂ ਇਹਦਾ ਮਤਲਬ ਜੇਕਰ ਅਸੀਂ ਸਾਰੇ ਨੰਬਰ ਜਾਂ ਸੰਖਿਆਵਾਂ ਇੱਕ ਰੇਖਾ ਉੱਤੇ ਦਰਸਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਸਰਲ ਰੇਖਾ ਜਿਹੜੀ ਹੈ ਉਹ ਕਿਆ ਬਣ ਜਾਂਦੀ ਹੈ? ਸੰਖਿਆ ਰੇਖਾ। ਠੀਕ ਹੈ। ਤੇ ਤੁਸੀਂ ਇਹ ਵੀ ਗੱਲ ਦੱਸੀ ਹੈ ਕਿ ਵਿਚਕਾਰ ਸੰਖਿਆ ਰੇਖਾ ਦੇ ਅਸੀਂ ਸਿਫਰ ਅੰਕ ਨੂੰ ਕਿਆ ਕਰਦੇ ਹਾਂ? ਪ੍ਰਦਰਸ਼ਿਤ ਕਰ ਲੈਂਦੇ ਹਾਂ ਔਰ ਉਸ ਦੇ ਸੱਜੇ ਪਾਸੇ ਆਪਣੀਆਂ ਸੰਖਿਆਵਾਂ ਇੱਕ ਕਿਉਂਕਿ ਸੰਖਿਆਵਾਂ ਦੇ ਵਿਚਲੀ ਦੂਰੀ ਜਿਹੜੀ ਹੈ ਉਹ ਕੀ ਹੈ? ਉਹ ਇੱਕੋ ਜਿੰਨੀ ਰੱਖੀ ਜਾ ਰਹੀ ਹੈ ਨਾ, ਕਿਉਂਕਿ ਇੱਕ ਦੇ ਵਿੱਚ ਇੱਕ ਸੰਖਿਆ ਪਾ ਕੇ ਦੂਜੇ ਵਿੱਚ ਇੱਕ ਸੰਖਿਆ ਪਾ ਕੇ ਤਿੰਨ ਚ ਪਾ ਦੇਗੇ। ਇਸ ਤਰ੍ਹਾਂ ਮਤਲਬ ਹੈ ਕਿ ਅਸੀਂ ਧਨਾਤਮਕ ਸੰਖਿਆਵਾਂ 0 ਦੇ ਸੱਜੇ ਪਾਸੇ ਲੈ ਕੇ ਚੱਲਦੇ ਹਾਂ। ਤੇ ਬੜੀ ਇੰਟਰਸਟਿੰਗ ਗੱਲ ਹੈ ਸਰ ਸੰਖਿਆ ਰੇਖਾ ਬਾਰੇ। ਹੁਣ ਤਾਂ ਮੈਨੂੰ ਇਹ ਗੱਲ ਸਮਝ ਲੱਗ ਗਈ ਔਰ ਬੱਚਿਓ ਤੁਹਾਨੂੰ ਵੀ ਕਿ ਜੇਕਰ ਕੋਈ ਸੰਖਿਆ 0 ਤੋਂ ਛੋਟੀ ਹੋਵੇਗੀ ਤਾਂ ਅਸੀਂ ਸੰਖਿਆ ਰੇਖਾ ਦੇ ਕਿਹੜੇ ਪਾਸੇ ਦਰਸਾਵਾਂਗੇ ਸਰ? ਕਿਹੜੇ ਪਾਸੇ ਦਰਸਾਵਾਂਗੇ? ਅਸੀਂ ਉਸਦੇ ਖੱਬੇ ਪਾਸੇ। ਇਹ ਉਸ ਤੋਂ ਵੀ ਛੋਟੀ ਹੋਏਗੀ ਉਹ ਵੀ ਹੋਰ ਖੱਬੇ ਪਾਸੇ ਚਲੇ ਜਾਏਗੀ। ਜੇਕਰ ਉਸ ਤੋਂ ਵੀ ਛੋਟੀ ਹੋਏਗੀ ਉਹ ਉਸ ਤੋਂ ਵੀ ਖੱਬੇ ਪਾਸੇ ਚਲੇ ਜਾਏਗੀ। ਇਸ ਤਰ੍ਹਾਂ ਚੱਲਦੇ ਚੱਲਦੇ ਸਾਨੂੰ ਕੋਈ ਵੀ ਲਾਸਟ ਜਿਹੜੀ ਹੈ ਛੋਟੀ ਤੋਂ ਛੋਟੀ ਧਨਾਤਮਕ ਸੰਖਿਆ ਬਾਰੇ ਵੀ ਨਹੀਂ ਪਤਾ ਹੈ ਔਰ ਵੱਡੀ ਤੋਂ ਵੱਡੀ ਧਨਾਤਮਕ ਸੰਖਿਆ ਬਾਰੇ ਵੀ ਨਹੀਂ ਪਤਾ। ਤੁਸੀਂ ਦੇਖੋਗੇ ਮੈਂ ਇੱਕ ਇਹੋ ਜਿਹਾ ਨਿਸ਼ਾਨ ਦੋਵੇਂ ਪਾਸੇ ਪਾਇਆ ਹੈ ਕਿ ਇੱਕ ਪਾਸੇ ਮੈਂ ਨੈਗੇਟਿਵ ਨਿਸ਼ਾਨ ਲਾ ਦਿੱਤਾ ਹੈ, ਇੱਕ ਪਾਸੇ ਮੈਂ ਜਮਾ ਹੀ ਰਹਿਤਾ ਹੈ। ਇਹ ਜਿਹੜਾ ਬੱਚੋ ਨਿਸ਼ਾਨ ਹੈ ਜਿਵੇਂ 8 ਲੇਟਵੇਂ ਰੁਕ ਪਿਆ ਹੋਵੇ, ਇਹ ਇੱਕ ਅਨੰਤ ਦਾ ਨਿਸ਼ਾਨ ਹੈ। ਜਿਵੇਂ ਕਿ ਤੁਹਾਨੂੰ ਸਰ ਨੇ ਦੱਸਿਆ ਸੀ ਕਿ ਕੀ ਦੋ ਸੰਖਿਆਵਾਂ ਦੇ ਵਿੱਚ ਅਨੰਤ ਸੰਖਿਆਵਾਂ ਵੀ ਹੋ ਸਕਦੀਆਂ ਹਨ, ਮਤਲਬ ਜਿਨ੍ਹਾਂ ਨੂੰ ਅਸੀਂ ਗਿਣ ਨਹੀਂ ਸਕਦੇ। ਇਹ ਜਿਹੜੀ ਨਿਸ਼ਾਨ ਹੈ ਅਨੰਤ ਦਾ ਹੈ। ਤਾਂ ਸਰ ਮੈਂ ਹੁਣ ਜੇਕਰ ਤੁਹਾਨੂੰ ਦੱਸਾਂ ਕਿ ਮੈਨੂੰ 3-4 ਗੱਲਾਂ ਦਾ ਪਤਾ ਲੱਗਿਆ ਹੈ ਕਿ ਇੱਕ ਤਾਂ ਬਈ ਸੰਖਿਆ ਰੇਖਾ ਦੇ ਉੱਤੇ ਅਸੀਂ ਸਾਰੀਆਂ ਆਪਣੀਆਂ ਸੰਖਿਆਵਾਂ ਦਰਸਾ ਸਕਦੇ ਹਾਂ। ਠੀਕ ਹੈ। ਜੇਕਰ ਮੈਂ 1 ਤੋਂ ਸ਼ੁਰੂ ਕਰਦੇ ਹਾਂ ਤਾਂ ਪ੍ਰਕਿਰਤਿਕ ਸੰਖਿਆ, ਜੇ ਮੈਂ 0 ਤੋਂ ਸ਼ੁਰੂ ਕਰਦੀ ਹਾਂ ਤਾਂ ਪੂਰਨ ਸੰਖਿਆ, ਜੇ ਮੈਂ ਇਹਦੇ 'ਚ ਰਿਣਾਤਮਕ ਸੰਖਿਆਵਾਂ ਵੀ ਪਾ ਦਿੰਦੀ ਹਾਂ ਤਾਂ ਇਹ ਸੰਪੂਰਨ ਸੰਖਿਆ ਹੈ। ਤੁਸੀਂ ਇਸ ਤੋਂ ਵੀ ਅੱਗੇ ਦੀ ਗੱਲ ਕਰ ਰਹੇ ਹੋ ਕਿ ਕੁਝ ਸੰਖਿਆਵਾਂ 1 ਤੇ 2 ਦੇ ਵਿਚਕਾਰ ਜਾਂ 2 ਤੇ 3 ਦੇ ਵਿਚਕਾਰ ਜਾਂ 3 ਤੇ 4 ਦੇ ਵਿਚਕਾਰ ਜਾਂ ਮੈਨੇਜ ਦੇ ਵਿੱਚ ਵੀ ਹੁੰਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਇੱਕ ਨਵਾਂ ਨਾਂ ਦੇ ਕੇ ਸਾਨੂੰ ਦੱਸਿਆ ਹੈ ਸਾਡੇ ਬੱਚਿਆਂ ਨੂੰ ਕਿ ਉਹ ਸੰਖਿਆਵਾਂ ਕੀ ਹੁੰਦੀਆਂ ਨੇ? ਪਰਿਮੇਯ ਸੰਖਿਆ। ਔਰ ਇੱਕ ਸਰ ਨੇ ਹੋਰ ਵੀ ਬੱਚਿਓ ਬੜੀ ਦਿਲਚਸਪ ਗੱਲ ਦੱਸੀ ਹੈ ਕਿ ਜੇ ਮੈਂ 1/2 ਤੁਹਾਨੂੰ ਭਿੰਨ ਤਾਂ ਲੱਗ ਹੀ ਰਹੀ ਹੈ ਨਾ, ਔਰ ਪਰ ਇਹ ਕਿਆ ਹੈ? ਇਹ ਇੱਕ ਪਰਿਮੇਯ ਸੰਖਿਆ ਵੀ ਹੈ। ਠੀਕ ਹੈ। तो परिमेय संख्या तुसी जिवें 1/2 लिखो, 3/4 लिखो, भिन्न ते तुसी जानदे ही हो, पर इन्हां संख्यावां नूं जेकर इन्हां दे डिनोमीनेटर ठीक है अंश ते नीचे नूं की कहंदे हर 0 ना होवे तां ਇਹ ਸੰਖਿਆਵਾਂ ਜਿਹੜੀਆਂ ਨੇ ਉਹ ਪਰਮੇਯ ਸੰਖਿਆਵਾਂ ਆਖਦੇ ਹਨ। ਦੂਸਰੀ ਜਿਹੜੀ ਵਿਸ਼ਾਲ ਸਰ ਨੇ ਸਭ ਤੋਂ ਇੰਟਰਸਟਿੰਗ ਗੱਲ ਕੀਤੀ ਹੈ ਉਹ ਹੈ ਕਿ ਕੋਈ ਵੀ ਸੰਖਿਆ ਜੇ ਮੰਨ ਲਓ ਤੁਸੀਂ 5 ਵੀ ਲਿਖਦੇ ਹੋ ਤੇ ਤੁਸੀਂ ਕਹੋਗੇ ਇਹ ਤਾਂ ਪ੍ਰਕਿਰਤਿਕ ਸੰਖਿਆ ਹੈ। ਇੱਕ ਬੱਚਾ ਆਏਗਾ ਨਹੀਂ ਜੀ ਇਹ ਤੇ ਪੂਰਨ ਸੰਖਿਆ ਹੈ, ਇੱਕ ਬੱਚਾ ਹੋਰ ਕਹਿ ਸਕਦਾ ਹੈ ਤੇ ਸੰਪੂਰਨ ਸੰਖਿਆ ਹੈ। ਪਰ ਮੈਂ ਕਹਾਂ ਕਿ ਜੇ 5/1 ਲਿਖ ਦਈਏ ਇਹਦਾ ਰੂਪ ਵੀ ਕੀ ਹੋ ਗਿਆ? P/Q ਵਰਗਾ ਹੈ, ਜਦੋਂ ਕਿ Q ਇਹਦਾ ਜਿਹੜਾ ਹੈ ਜਿਹੜਾ ਇਹਦਾ ਹਰ ਹੈ ਉਹ क्या है? एक ਜਿਹੜਾ ਤੁਹਾਨੂੰ ਪਤਾ ਹੈ ਕਿ ਉਹ 0 ਦੇ ਬਰਾਬਰ ਨਹੀਂ ਹੈ, ਤਾਂ ਇਹਦਾ ਮਤਲਬ 5/1 ਯਾਨੀ ਕਿ ਸਿੰਪਲ 5 ਜਿਹੜੀ ਸੰਖਿਆ ਹੈ ਉਹ ਪਰਮੇਯ ਸੰਖਿਆ ਵੀ ਹੈ। ਯਾਨੀ ਕਿ ਸਾਡਾ ਸੰਖਿਆਵਾਂ ਦਾ ਜਿਹੜਾ ਸਮੂਹ ਹੈ ਉਹ ਬਾਹਰ ਨੂੰ ਫੈਲ ਰਿਹਾ ਹੈ। ਠੀਕ ਹੈ। ਤਾਂ ਸਭ ਤੋਂ ਛੋਟਾ ਸੰਖਿਆ ਪ੍ਰਣਾਲੀ ਦਾ ਛੋਟਾ ਸਮੂਹ ਜਿਹੜਾ ਕੀ ਹੋ ਗਿਆ? ਪ੍ਰਕਿਰਤਿਕ ਸੰਖਿਆ। ਔਰ ਉਸ ਤੋਂ ਥੋੜਾ ਵੱਡਾ ਕਿਹੜਾ ਹੋ ਗਿਆ? ਪੂਰਨ ਸੰਖਿਆ। ਉਸ ਤੋਂ ਵੱਡਾ ਕਿਹੜਾ ਹੋ ਗਿਆ? ਸੰਪੂਰਨ ਸੰਖਿਆ। ਉਸ ਵਿੱਚ ਹੋਰ ਅਸੀਂ ਸੰਖਿਆਵਾਂ ਪਾਤੀਆਂ ਬਟਿਆਂ ਵਾਲੀਆਂ ਜਿਨ੍ਹਾਂ ਦਾ ਬਟਾ 0 ਨਹੀਂ ਹੋਣਾ ਚਾਹੀਦਾ। ਇਹਦਾ ਮਤਲਬ ਸਾਡਾ ਸੰਖਿਆਵਾਂ ਦਾ ਫੈਲਾਵ ਕਿੱਥੋਂ ਤੱਕ ਪਹੁੰਚ ਗਿਆ? ਪਰਿਮੇਯ ਸੰਖਿਆਵਾਂ। ਸਰ ਸਾਨੂੰ ਤੁਸੀਂ ਕੁਝ ਹੋਰ ਸੰਖਿਆਵਾਂ ਬਾਰੇ ਵੀ ਦੱਸੋਗੇ? ਹਾਂਜੀ ਬੱਚੇ, ਤੁਸੀਂ ਦੇਖਦੇ ਹੋਵੋਗੇ ਵੀ ਹੁਣ ਤਾਂ ਸਾਰੀਆਂ ਸੰਖਿਆਵਾਂ ਪੂਰੀਆਂ ਹੋ ਗਈਆਂ ਹਨ, ਪਰ ਨਹੀਂ। ਜੇਕਰ ਅਸੀਂ ਦੇਖੀਏ ਤਾਂ ਪਰਿਮੇਯ ਸੰਖਿਆਵਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ, ਇੱਕ ਸ਼ਾਂਤ ਤੇ ਇੱਕ ਅਸ਼ਾਂਤ ਆਵਰਤੀ ਹੁੰਦੀਆਂ ਹਨ। ਪਰ ਕੁਝ ਸੰਖਿਆਵਾਂ ਇਹੀਆਂ ਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਦਸ਼ਮਲਵ ਪਸਾਰ ਹੈ ਜਿਹੜਾ ਉਹ ਸ਼ਾਂਤ ਅਨਾਵਰਤੀ ਹੁੰਦਾ ਹੈ। ਉਹ ਸੰਖਿਆਵਾਂ ਨੂੰ ਅਸੀਂ ਕੀ ਬੋਲਦੇ ਹਾਂ ਬੱਚਿਓ? ਉਸ ਸੰਖਿਆਵਾਂ ਨੂੰ ਅਸੀਂ ਅਪਰਿਮੇਯ ਸੰਖਿਆਵਾਂ ਬੋਲਦੇ ਹਾਂ। ਸਰ ਤੁਸੀਂ ਹੁਣ ਇੱਕ ਨਵਾਂ ਹੀ ਸੰਖਿਆਵਾਂ ਦਾ ਨਾਮ ਲਿਆ ਹੈ ਜਿਹੜਾ ਸ਼ਾਂਤ ਤੇ ਅਸ਼ਾਂਤ ਦਸ਼ਮਲਵ ਸੰਖਿਆਵਾਂ ਹਨ।
ਠੀਕ ਹੈ। ਤਾਂ ਮੈਂ ਲਿਖ ਕੇ ਦਿਖਾਂ, ਇਹ ਤੁਸੀਂ ਕਿਹਾ ਹੈ ਸ਼ਾਂਤ ਅਤੇ ਅਸ਼ਾਂਤ। ਥੋੜਾ ਲਿਖਿਆ ਸਾਫ਼ ਨਹੀਂ ਜਾ ਰਿਹਾ, ਪਰ ਮੈਂ ਬੋਲ ਕੇ ਦੱਸਦੀ ਹਾਂ ਤੁਹਾਨੂੰ, ਠੀਕ ਹੈ। ਤੇ ਸਰ ਨੇ ਬੋਲਿਆ ਹੈ ਕਿ ਕੁਝ ਸੰਖਿਆਵਾਂ ਸ਼ਾਂਤ ਦਸ਼ਮਲਵ ਵਾਲੀਆਂ ਹੁੰਦੀਆਂ ਨੇ, ਕੁਝ ਕੀ ਹੁੰਦੀਆਂ ਨੇ ਅਸ਼ਾਂਤ, ਠੀਕ ਹੈ। ਸ਼ਾਂਤ ਲਫ਼ਜ਼ ਹੀ ਜਿਹੜਾ ਅਗਰ ਅੰਗਰੇਜ਼ੀ ਚ ਦੱਸਾਂ ਤਾਂ ਅਸੀਂ ਇਹਨੂੰ ਕਹਿੰਦੇ ਆ ਟਰਮੀਨੇਟਿੰਗ, ਠੀਕ ਹੈ। ਔਰ ਇੱਕ ਹੁੰਦੀਆਂ ਨॉन ਟਰਮੀਨੇਟਿੰਗ, ਠੀਕ ਹੈ, ਨॉन ਟਰਮੀਨੇਟਿੰਗ। ਮੰਨ ਲਓ ਮੈਂ ਇੱਕ ਨੂੰ 2 ਦੇ ਨਾਲ ਤਕਸੀਮ ਕਰਦੀ ਹਾਂ ਤੇ ਤੁਸੀਂ ਬੜੀ ਆਸਾਨੀ ਨਾਲ ਦੱਸੋਗੇ ਕਿੰਨਾ ਆਨਸਰ ਆਏਗਾ ਸਰ, ਜੇ ਮੈਂ ਤੁਹਾਨੂੰ ਪੁੱਛਾਂ 0.5। 0.5। ਇਸ ਤੋਂ ਬਾਅਦ ਕੁਝ ਵੀ ਨਹੀਂ ਆਏਗਾ, ਠੀਕ ਹੈ। ਇਹਦਾ ਮਤਲਬ ਇਸ ਦਸ਼ਮਲਵ ਤੋਂ ਬਾਅਦ 5 ਜਿਹੜੀ ਸੰਖਿਆ ਤੋਂ ਬਾਅਦ ਇਹ ਸੰਖਿਆ ਸ਼ਾਂਤ ਹੋ ਗਈ ਹੈ, ਟਰਮੀਨੇਟਿੰਗ ਹੈ। ਇਸ ਤੋਂ ਬਾਅਦ ਕੋਈ ਵੀ ਦਸ਼ਮਲਵ ਤੋਂ ਬਾਅਦ ਹੋਰ ਕੋਈ ਸੰਖਿਆ ਨਹੀਂ ਆਉਂਦੀ। ਪਰ ਜੇਕਰ ਮੈਂ 1 ਨੂੰ 3 ਨਾਲ ਡਿਵਾਈਡ ਕਰਾਂ ਤਾਂ ਮੇਰਾ ਐਕਸਪੈਕਟਡ ਆਨਸਰ क्या ਹੋਏਗਾ। ਮੈਂ ਪਹਿਲਾਂ 10 ਨੂੰ 3 ਨਾਲ ਕੀਤਾ ਤੇ ਮੇਰੇ ਕੋਲ 3 ਆ ਗਿਆ, ਠੀਕ ਹੈ। 3 3 9, ਫਿਰ 1 ਬਚ ਗਿਆ। ਫਿਰ ਮੈਂ ਕੀਤਾ, ਫਿਰ ਕੀ ਆ ਗਿਆ, 3 ਆ ਗਿਆ, ਫਿਰ 3 ਆ ਗਿਆ, 3 ਆ ਗਿਆ। ਸ਼ਾਇਦ ਮੈਂ ਮਹੀਨੇ ਸਾਲਾਂ ਜਿੰਨਾ ਮਰਜ਼ੀ ਲੱਗਾ, ਪਰ ਇਹ ਸੰਖਿਆ ਦਸ਼ਮਲਵ ਤੋਂ ਬਾਅਦ ਇਵੇਂ ਹੀ ਆਉਂਦੀ ਰਹੇਗੀ। ਤਾਂ ਸਰ ਕਿਆ ਇਹਨਾਂ ਨੂੰ ਅਸੀਂ ਅਸ਼ਾਂਤ ਸੰਖਿਆਵਾਂ ਆਖਦੇ ਹਾਂ? ਹਾਂਜੀ, ਇਹਨਾਂ ਨੂੰ ਅਸੀਂ ਅਸ਼ਾਂਤ ਆਵਰਤੀ ਸੰਖਿਆਵਾਂ ਬੋਲਦੇ ਇਹ ਹਾਂ। ਤੇ ਬਹੁਤ ਹੀ ਦਿਲਚਸਪ ਗੱਲ ਦੱਸੀ ਹੈ ਸਰ ਨੇ, ਬਈ ਇਹ ਸੰਖਿਆਵਾਂ, ਇਹ ਵੀ ਪਰਮੇਯ ਸੰਖਿਆ ਸੀ, ਇਹ ਵੀ ਪਰਮੇਯ ਸੰਖਿਆ ਸੀ, ਹੈ, ਪਰ ਇਸ ਦਾ ਜਿਹੜਾ ਸੀ ਦਸ਼ਮਲਵ ਤੋਂ ਬਾਅਦ ਸੰਖਿਆ ਜਿਹੜੀ ਸੀ ਸ਼ਾਂਤ ਹੋ ਗਈ, ਯਾਨੀ ਕਿ ਟਰਮੀਨੇਟ ਹੋ ਗਈ। ਹੁਣ ਇਹਦਾ ਹੀ ਆਨਸਰ ਹੈ। ਪਰ ਇਹ ਵੀ ਇੱਕ ਪਰਮੇਯ ਸੰਖਿਆ ਹੈ ਜਿਸ ਨੂੰ ਅਸੀਂ ਡਿਵਾਈਡ ਕਰਦੇ ਹਾਂ, ਇਹ ਸੰਖਿਆ ਤੁਰੀ ਜਾਂਦੀ ਹੈ। ਸਰ ਇਸ ਨੂੰ ਕਿਆ ਕਿਸੇ ਹੋਰ ਤਰੀਕੇ ਨਾਲ ਵੀ ਅਸੀਂ ਲਿਖ ਸਕਦੇ ਹਾਂ? ਹਾਂਜੀ ਬੱਚਿਓ, ਇਹਨੂੰ ਅਸੀਂ ਕਿਸੇ ਹੋਰ ਤੁਸੀਂ ਕਈ ਵਾਰ ਆਪਣੀ ਕਿਤਾਬ ਦੇ ਵਿੱਚ ਉੱਤੇ ਇਸ ਤਰ੍ਹਾਂ ਕਰਕੇ ਵੀ ਲਿਖਦੇ ਹੋ। ਤਾਂ ਇਹ ਵੀ, ਇਹਦਾ ਮਤਲਬ ਸਰ ਇਹ ਵੀ ਸੰਖਿਆ ਤੇ ਇਹ ਵੀ ਸੰਖਿਆ ਕਿਆ ਹੈ ਤੁਹਾਡੇ ਕੋਲ? ਪਰਮੇਯ ਸੰਖਿਆਵਾਂ, ਪਰ ਅਸ਼ਾਂਤ, ਠੀਕ ਹੈ ਜੀ। ਚਲੋ ਸਰ ਹੁਣ ਇਹ ਦੱਸੋ, ਕਿਆ ਇਹਨਾਂ ਤੋਂ ਇਲਾਵਾ ਵੀ ਕੋਈ ਸੰਖਿਆ ਤੁਸੀਂ ਸਾਨੂੰ ਦੱਸਣ ਲੱਗੇ? ਤੁਸੀਂ ਇੱਕ ਸੰਖਿਆ ਦੀ ਕਿਤਾਬ ਵੀ ਲੈ ਕੇ ਆਏ ਹੋ, ਠੀਕ ਹੈ, ਤੇ ਇਸ ਸੰਖਿਆ ਤੋਂ ਬਾਅਦ ਸਾਨੂੰ ਕਿਤਾਬ ਵੀ ਤੁਸੀਂ ਦਿਖਾਣੀ ਹੈਗੀ ਹੈ, ਠੀਕ ਹੈ ਜੀ। ਹਾਂਜੀ ਚਲੋ, ਤੋ ਹੁਣ ਤੁਸੀਂ ਸਾਨੂੰ ਕਿਸ ਸੰਖਿਆ ਬਾਰੇ ਯਾਨੀ ਕਿ ਬੱਚਿਓ, ਹੁਣ ਅਸੀਂ ਪੜਿਆ ਹੈ ਕਿ ਕੁਝ ਸੰਖਿਆਵਾਂ ਦਾ ਜਿਹੜਾ ਦਸ਼ਮਲਵ ਪਸਾਰ ਹੈ ਉਹ ਸ਼ਾਂਤ ਅਨਆਵਰਤੀ ਹੁੰਦਾ ਹੈ। ਉਸ ਸੰਖਿਆਵਾਂ ਨੂੰ ਅਸੀਂ ਅਪਰਿਮੇਯ ਸੰਖਿਆਵਾਂ ਬੋਲਦੇ ਹਾਂ। ਸਰ ਅਸ਼ਾਂਤ ਅਨਵਰਤੀ ਹੋਣ ਦਾ ਕੀ ਮਤਲਬ ਹੈ? ਸ਼ਾਂਤ ਅਨਵਰਤੀ ਮਤਲਬ ਇਹ ਹੈ ਵੀ ਉਹ ਦਸ਼ਮਲਵ ਚੱਲਦਾ ਹੀ ਰਹਿੰਦਾ ਹੈ, ਕਦੀ ਖਤਮ ਨਹੀਂ ਹੁੰਦਾ। ਜਿਵੇਂ ਅਸੀਂ ਕਰਿਆ ਸੀਗਾ 0.333, ਉਸ ਅਸੀਂ 0.3 ਬਾਰ ਵੀ ਲਿਖ ਸਕਦੇ ਹਾਂ। ਪਰ ਇਹਨਾਂ ਸੰਖਿਆਵਾਂ ਦੇ ਵਿੱਚ, ਜਿਵੇਂ ਤੁਸੀਂ ਛੋਟੀ ਕਲਾਸਾਂ ਵਿੱਚ ਕੀਤਾ ਹੋਣਾ ਵੀ ਤੁਸੀਂ ਵਰਗਮੂਲ 3 ਪਤਾ ਕਰਦੇ ਹੋ, ਤੁਸੀਂ ਦੇਖਿਆ ਹੋਣਾ ਉਹਦੇ ਵਿੱਚ ਕੋਈ ਵੀ ਜਿਹੜੀ ਡਿਜਿਟ ਹੈ, ਮੈਨੂੰ ਯਾਦ ਹੈ ਕਿ ਜਦੋਂ ਮੈਂ √3 ਪ੍ਰਾਪਤ ਕੀਤਾ ਤੇ ਮੈਨੂੰ 1.732 ਤੇ ਫਿਰ ਮੈਂ 3 ਬਾਅਦ ਛੱਡ ਦਿੱਤਾ ਤੇ ਉਹ ਚੱਲੀ ਗਿਆ। ਪਰ 1/3 ਦੇ ਬਾਅਦ ਚੋਂ 0.333 ਹੈ। ਇਹਦਾ ਮਤਲਬ ਕਿ ਸ਼ਾਂਤ ਵਰਤੀ ਹੈ ਕਿ ਉਹੀ ਸੰਖਿਆ ਬਾਰ ਆ ਰਹੀ ਹੈ। ਪਰ ਜਦੋਂ ਤੁਸੀਂ ਇਹ ਮੈਨੂੰ ਦੱਸਿਆ ਕਿ √3 ਨੂੰ ਅਸੀਂ 1.732 ਕੁਝ ਅਗਲੀ ਹੋਰ ਸੰਖਿਆ, ਫਿਰ ਕੋਈ ਹੋਰ ਸੰਖਿਆ, ਫਿਰ ਕੋਈ ਹੋਰ ਸੰਖਿਆ ਆ ਰਹੀ ਹੈ, ਇਹਦਾ ਮਤਲਬ ਇਹ ਹੋਇਆ ਕਿ ਇਹ ਅਸ਼ਾਂਤ ਤੇ ਹੈ ਹੀ, ਪਰ ਅਨਵਰਤੀ ਵੀ ਹੈ। ਯਾਨੀ ਕਿ ਸਾਡੇ ਕੋਲ ਉਹ ਸੰਖਿਆਵਾਂ ਜਿਨ੍ਹਾਂ ਨੂੰ ਭਿੰਨ ਰੂਪ P/Q ਦੇ ਰੂਪ ਵਿੱਚ ਨਾ ਲਿਖਿਆ ਜਾ ਸਕੇ, ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਅਪਰਿਮੇਯ ਸੰਖਿਆਵਾਂ। ਜਿਵੇਂ ਕਿ ਤੁਸੀਂ ਬਹੁਤ ਸਾਰਿਆਂ ਨੂੰ ਪਤਾ ਹੀ ਹੈ ਕਿ ਪਾਈ ਅਸੀਂ ਬਹੁਤ ਸਾਰੇ ਖੇਤਰ ਮਿਤੀ ਦੇ ਸਵਾਲਾਂ ਵਿੱਚ ਇਹਨੂੰ ਯੂਜ਼ ਕਰਦੇ ਹਨ। ਤੁਸੀਂ ਇਹਦਾ ਮੁੱਲ 22/7 ਲੈਂਦੇ ਹੋ, ਕਿਤੇ 3.14 ਲੈਂਦੇ ਹੋ, ਪਰ ਪਾਈ ਦਾ ਜਿਹੜਾ ਅਸਲ ਮੁੱਲ ਹੈ ਉਹ 22/7 ਨਹੀਂ ਹੁੰਦਾ, ਕਿਉਂਕਿ 22/7 ਤਾਂ ਇੱਕ ਪਰਿਮੇਯ ਸੰਖਿਆ ਹੈ। ਹੁਣ ਅਸੀਂ ਕਹਿ ਰਹੇ ਹਾਂ ਔਰ ਇਹ ਜਿਹੜਾ ਪਾਈ ਹੈ ਉਹ ਅਪਰਿਮੇਯ ਸੰਖਿਆ ਹੈ, ਇਸ ਲਈ ਨਾ ਹੀ ਪਾਈ ਦਾ ਜਿਹੜਾ ਮੁੱਲ ਹੈ ਉਹ 3.14 ਹੈ। ਇਹ ਤਾਂ ਅਸੀਂ ਕੀ ਕਰਦੇ ਹਾਂ? ਲਗਭਗ ਮੁੱਲ ਲੈਂਦੇ ਹਾਂ। ਤਾਂ ਤੁਸੀਂ ਆਪਣੀਆਂ ਗਣਿਤ ਦੀਆਂ ਕਿਤਾਬਾਂ ਵਿੱਚ ਵੀ ਜਦੋਂ ਤੁਸੀਂ ਕੋਈ ਚੱਕਰ ਦਾ ਖੇਤਰਫਲ ਕੱਢਣਾ ਹੋਵੇ ਜਾਂ ਤੁਸੀਂ ਆਪਣਾ ਸਿਲੰਡਰ ਦਾ ਖੇਤਰਫਲ ਕੱਢਣਾ ਹੋਵੇ, ਜਦੋਂ ਤੁਸੀਂ ਉਹਦਾ ਸੂਤਰ ਲਗਾਉਂਦੇ ਹੋ
ਪਾਈ ਆਰ ਸਕੁਅਰ ਜਾਂ ਉਹਦਾ ਆਇਤਨ ਕੱਢਣ ਲਈ ਪਾਈ ਆਰ ਤਾਂ ਤੁਹਾਡੀ ਕਿਤਾਬ ਵਿੱਚ ਲਿਖਿਆ ਹੁੰਦਾ ਕਿ ਪਾਈ ਬਰਾਬਰ 22/7 ਲਗਭਗ। ਯਾਨੀ ਕਿ ਉਹਦੇ ਤੋਂ ਇੱਕ ਇੰਡੀਕੇਸ਼ਨ ਆਉਂਦੀ ਹੈ ਕਿ ਪਾਈ ਇੱਕ ਆਪਰਿਮੇਯ ਸੰਖਿਆ ਹੈ ਜਿਸ ਨੂੰ ਅਸੀਂ ਪੂਰੀ ਤਰ੍ਹਾਂ ਇਸ ਦਾ ਦਸ਼ਮਲਵ ਨਿਰੂਪਣ ਨਹੀਂ ਕਰ ਸਕਦੇ, ਪਰ ਇਸ ਸੰਖਿਆ ਨੂੰ ਜਿਸ ਦਾ ਜਿਹੜਾ ਹੈਗਾ ਦਸ਼ਮਲਵ ਨਿਰੂਪਣ ਅਸ਼ਾਂਤ ਤੇ ਅਣਵਰਤੀ ਹੋ ਜਾਏ, ਦੋ ਗੱਲਾਂ ਨੇ, ਤਾਂ ਉਸ ਨੂੰ ਤੁਸੀਂ ਇਹ ਦੱਸਿਆ ਸਾਨੂੰ ਕਿ ਆਪਰਿਮੇਯ ਸੰਖਿਆਵਾਂ ਹੁੰਦੀਆਂ ਹਨ। ਤੁਸੀਂ ਪਾਈ ਬਾਰੇ ਕੁਝ ਹੋਰ ਵੀ ਰੋਚਕ ਤੱਥ ਮੇਰਾ ਖਿਆਲ ਬੱਚਿਆਂ ਨਾਲ ਸਾਂਝੇ ਕਰ ਰਹੇ ਹੋ, ਜਰਾ ਦੱਸੋ। ਹਾਂਜੀ ਬੱਚਿਓ, ਪਾਈ ਦੇ ਦਸ਼ਮਲਵ ਵਿਸਤਾਰ ਵਿੱਚੋਂ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਨ ਦਾ ਇਤਿਹਾਸ ਕਾਫੀ ਹੀ ਪੁਰਾਣਾ ਰਿਹਾ ਹੈ। ਜਿਵੇਂ ਕਿ ਯੂਨਾਨ ਦੇ ਸ਼੍ਰੇਸ਼ਟ ਬੁੱਧੀ ਵਿਅਕਤੀ ਆਰਕਮੀਡੀਜ਼ ਨੇ ਪਹਿਲਾ ਵਿਅਕਤੀ ਸਨ ਜਿਨ੍ਹਾਂ ਨੇ ਪਾਈ ਦੇ ਦਸ਼ਮਲਵ ਦਾ ਵਿਸਤਾਰ ਅੰਕਾਂ ਵਿੱਚੋਂ ਲੱਭਿਆ ਸੀ। ਉਹਨਾਂ ਨੇ ਦੱਸਿਆ ਸੀ ਕਿ ਜਿਹੜਾ ਪਾਈ ਦਾ ਮੁੱਲ ਹੈ ਉਹ 3.1408445 ਤੋਂ ਲੈ ਕੇ 3.1428557 ਦੇ ਵਿਚਕਾਰ ਹੁੰਦਾ ਹੈ। ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਸਾਡੇ ਮਹਾਨ ਗਣਿਤਕਾਰ ਵੀ ਰਹੇ ਹਨ ਆਰਕਮੀਡੀਜ਼ ਸਰ, ਉਹਨਾਂ ਨੂੰ ਕਿਉਂਕਿ ਉਹ ਇੱਕ ਵਧੀਆ ਖਗੋਲ ਵਿਗਿਆਨੀ ਵੀ ਰਹੇ ਹੈ, ਉਹਨਾਂ ਨੂੰ ਪਾਈ ਦੀ ਜਿਹੜਾ ਦਸ਼ਮਲਵ ਵਿਸਤਾਰ ਨੂੰ ਬਹੁਤ ਅੰਕਾਂ ਤੱਕ ਲੱਭਣ ਦੀ ਉਹਨਾਂ ਨੇ ਰੋਚਕ ਖੋਜ ਕੀਤੀ, ਕਿਉਂਕਿ ਉਹ ਜਿਹੜਾ ਸੀ ਇਹਨਾਂ ਦੀਆਂ ਦੂਰੀਆਂ ਜਾਂ ਆਪਣੇ ਗ੍ਰਹਿਾਂ ਦੀ ਚਾਲਾਂ ਨੂੰ ਬਹੁਤ ਹੀ ਮਤਲਬ ਨੇੜੇ ਤੋਂ, ਮੇਰਾ ਮਤਲਬ ਸਹੀ ਮੁੱਲ ਤੱਕ ਜਾਣਨ ਵਾਸਤੇ ਉਹਨਾਂ ਦੇ ਪਾਈ ਦੇ ਦਸ਼ਮਲਵ ਦਾ ਨਿਰੂਪਣ ਕਰਕੇ ਵਰਤਿਆ। ਬੱਚਿਓ, ਤੇਜ਼ ਚਾਲ ਵਾਲੇ ਜਿਹੜੇ ਕੰਪਿਊਟਰ ਹੈ ਆਪਣੀਆਂ ਹੋਰ ਵਿਧੀਆਂ ਨਾਲ ਜਿਹੜਾ ਪਾਈ ਦਾ ਮੁੱਲ ਹੈ 1.24 ਟ੍ਰਿਲੀਅਨ ਤੱਕ ਪਤਾ ਕਰ ਚੁੱਕੇ ਹਨ, ਪਰ ਅਜੇ ਵੀ ਪਾਈ ਦਾ ਮੁੱਲ ਪਤਾ ਨਹੀਂ ਕਦੋਂ ਤੱਕ ਕਿੱਥੇ ਤੱਕ ਜਾ ਕੇ ਰੁਕ ਸਕਦਾ ਹੈ, ਇਹ ਕਿਸੇ ਨੂੰ ਵੀ ਨਹੀਂ ਪਤਾ। ਇੱਕ ਬੇਟਾ ਇਹ ਅਜਿਹਾ ਸਵਾਲ ਹੈ, ਜੇਕਰ ਤੁਸੀਂ ਅੱਜ ਵੀ ਪਾਈ ਦਾ ਪੂਰਾ ਮੁੱਲ ਪ੍ਰਾਪਤ ਕਰ ਲਵੋ, ਯਾਨੀ ਕਿ 1.24 ਟ੍ਰਿਲੀਅਨ ਤੋਂ ਵੀ ਵੱਧ ਜਿਵੇਂ ਸਰ ਨੇ ਦੱਸਿਆ ਹੈ, ਤੇ ਅੱਜ ਹੀ ਤੁਹਾਨੂੰ 9ਵੀਂ ਜਮਾਤ ਚ ਪੜ੍ਹਦਿਆਂ ਹੀ ਸਿੱਧਾ ਹੀ PhD ਦੀ ਡਿਗਰੀ ਵੀ ਮਿਲ ਸਕਦੀ ਹੈ ਸਰ। ਯਾਨੀ ਕਿ ਇਹ ਇੱਕ ਅਜਿਹਾ ਸਵਾਲ ਹੈ ਜਿਹਦੇ ਬਾਰੇ ਅਜੇ ਵੀ ਖੋਜਾਂ ਜਾਰੀ ਹਨ, ਠੀਕ ਹੈ। ਪਰ ਹੁਣ ਤੁਹਾਨੂੰ ਇੱਕ ਵੱਡੀ ਗੱਲ ਪਤਾ ਲੱਗ ਚੁੱਕੀ ਹੈ ਕਿ ਪਾਈ ਕਿਹੜੀ ਸੰਖਿਆ ਹੈ, ਆਪਰਿਮੇਯ ਸੰਖਿਆ ਹੈ। ਬੱਚਿਓ, ਇਹਨਾਂ ਸਾਰੀਆਂ ਸੰਖਿਆਵਾਂ ਜਿਹੜੀਆਂ ਅਸੀਂ ਨੇ ਅੱਜ ਪੜ੍ਹੀਆਂ ਹਨ ਉਹਦੇ ਵਿੱਚ ਪ੍ਰਾਕ੍ਰਿਤਿਕ, ਪੂਰਨ, ਸੰਪੂਰਨ ਤੇ ਪਰਿਮੇਯ ਤੇ ਅਪਰਿਮੇਯ, ਇਹ ਸਾਰੀ ਸੰਖਿਆਵਾਂ ਦਾ ਜਿਹੜਾ ਸਮੂਹ ਹੈ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ, ਵਾਸਤਵਿਕ ਸੰਖਿਆਵਾਂ ਬੋਲਦੇ ਹਾਂ। ਯਾਨੀ ਕਿ ਵਾਸਤਵਿਕ ਸੰਖਿਆਵਾਂ ਦੇ ਸਮੂਹ ਵਿੱਚ ਸਾਰੀਆਂ ਹੀ ਪੂਰਨ, ਪ੍ਰਾਕ੍ਰਿਤਿਕ, ਪਰਿਮੇਯ, ਅਪਰਿਮੇਯ ਸਾਰੀਆਂ ਸੰਖਿਆਵਾਂ ਆ ਜਾਂਦੀਆਂ ਹਨ। ਇਸ ਦਾ ਮਤਲਬ ਇਹ ਹੋਇਆ ਕਿ ਵਾਸਤਵਿਕ ਸੰਖਿਆਵਾਂ ਦਾ ਜਿਹੜਾ ਸਮੂਹ ਹੈ ਉਹ ਬਹੁਤ ਵੱਡਾ ਹੈ, ਤੇ ਔਰ ਇਹਦੇ ਵਿੱਚ ਸਾਰੀਆਂ ਹੀ ਜਿਹੜੀਆਂ ਨੇ ਪ੍ਰਕਿਰਤਿਕ ਤੋਂ ਸ਼ੁਰੂ ਹੁੰਦੇ ਹੋਏ ਪੂਰਨ, ਸੰਪੂਰਨ, ਫਿਰ ਪਰਿਮੇਯ, ਅਪਰਿਮੇਯ, ਜਦੋਂ ਅਸੀਂ ਸਭ ਨੂੰ ਇੱਕ ਬਕਸੇ ਵਿੱਚ ਇਕੱਠਾ ਕਰ ਦਈਏ ਜਾਂ ਇੱਕ ਸੰਖਿਆ ਰੇਖਾ ਦੇ ਉੱਤੇ ਦਰਸਾ ਦਈਏ ਤਾਂ ਫਿਰ ਇਹਨਾਂ ਸੰਖਿਆਵਾਂ ਦੇ ਸਮੂਹ ਨੂੰ ਅਸੀਂ ਵਾਸਤਵਿਕ ਸੰਖਿਆਵਾਂ ਆਖਦੇ ਹਾਂ। ਆਓ ਬੱਚਿਓ, ਹੁਣ ਕੁਝ ਪ੍ਰਸ਼ਨ ਕਰੀਏ ਆਪਾਂ। ਜਿੱਦਾਂ ਸਾਡੇ ਕੋਲ ਪਹਿਲਾ ਪ੍ਰਸ਼ਨ ਆਂਦਾ ਹੈ, ਹੇਠਾਂ ਦਿੱਤੇ ਕਥਨਾਂ ਵਿੱਚ ਕਿਹੜਾ ਕਥਨ ਸਹੀ ਹੈ ਤੇ ਕਿਹੜਾ ਕਥਨ ਗਲਤ ਹੈ। ਅਸੀਂ ਨੇ ਇਹਦਾ ਕਾਰਨ ਸਹਿਤ ਉੱਤਰ ਵੀ ਦੇਣਾ ਹੈ। ਜਿਵੇਂ ਪਹਿਲਾ ਪ੍ਰਸ਼ਨ ਹੈ, ਹਰੇਕ ਪੂਰਨ ਸੰਖਿਆ ਇੱਕ ਪ੍ਰਾਕ੍ਰਿਤਿਕ ਸੰਖਿਆ ਹੁੰਦੀ ਹੈ। ਤੁਸੀਂ ਹੁਣ ਕਰਕੇ ਹੀ ਆਏ ਹੋ ਕਿ ਪੂਰਨ ਸੰਖਿਆਵਾਂ 1 ਤੋਂ ਸ਼ੁਰੂ ਹੁੰਦੀਆਂ ਹਨ, 0 ਤੋਂ ਸ਼ੁਰੂ ਹੁੰਦੀਆਂ ਹਨ, 0 1 2 3 4, ਤੇ ਪ੍ਰਾਕ੍ਰਿਤਿਕ ਸੰਖਿਆ 1 2 3 4। ਹੁਣ ਜਿਹੜੀ 0 ਹੈ ਤਾਂ ਪੂਰਨ ਸੰਖਿਆ ਤਾਂ ਹੈ, ਪਰ ਉਹ ਕੀ ਹੈ, ਪ੍ਰਾਕ੍ਰਿਤਿਕ ਸੰਖਿਆ ਨਹੀਂ ਹੈ। ਤਾਂ ਇਹ ਸਾਡਾ ਕੀ ਹੈ, ਗਲਤ ਆਨਸਰ ਹੈ। ਯਾਨੀ ਕਿ ਕਿਉਂਕਿ 0 ਇੱਕ ਪੂਰਨ ਸੰਖਿਆ ਹੈ ਪਰ ਇਹ ਪ੍ਰਾਕ੍ਰਿਤਿਕ ਸੰਖਿਆ ਨਹੀਂ ਹੈ। ਆਓ ਬੱਚਿਓ, ਅਸੀਂ ਹੋਰ 1-2 ਪ੍ਰਸ਼ਨ ਲਈਏ। ਜਿੱਦਾਂ ਹਰੇਕ ਸੰਪੂਰਨ ਸੰਖਿਆ ਇੱਕ ਪਰਿਮੇਯ ਸੰਖਿਆ ਹੁੰਦੀ ਹੈ। ਹੁਣ ਤੁਹਾਡੇ ਜਿਹੜਾ ਦਿਮਾਗ ਹੈ ਉਹ ਚੱਲਣਾ ਸ਼ੁਰੂ ਹੋ ਗਿਆ ਹੋਵੇਗਾ, ਤੁਹਾਨੂੰ ਸਾਰੀਆਂ ਸੰਖਿਆਵਾਂ ਤੁਹਾਡੇ ਦਿਮਾਗ ਵਿੱਚ ਘੁੰਮਣੀਆਂ ਸ਼ੁਰੂ ਹੋ ਗਈਆਂ ਹੋਣੀਆਂ ਵੀ ਜਿਹੜੀਆਂ ਸੰਪੂਰਨ ਸੰਖਿਆਵਾਂ ਹਨ ਉਹ 0 1 2 3 -1 -2 ਸਾਰੀਆਂ ਹੁੰਦੀਆਂ ਹਨ। ਇਹਨਾਂ ਸਾਰਿਆਂ ਨੂੰ ਅਸੀਂ ਬਟੇ 1 ਲਗਾ ਕੇ ਪਰਿਮੇਯ ਸੰਖਿਆ ਦੇ ਰੂਪ ਵਿੱਚ ਵੀ ਲਿਖ ਸਕਦੇ ਹਨ। ਇਹਦਾ ਮਤਲਬ ਕੀ ਹੋ ਗਿਆ ਬੱਚਿਓ? ਹਾਂਜੀ, ਸਹੀ। ਯਾਨੀ ਕਿ ਅਸੀਂ ਸਾਰੀਆਂ ਹੀ ਸੰਪੂਰਨ ਸੰਖਿਆਵਾਂ, m ਦਾ ਮਤਲਬ ਹੈ ਕੋਈ ਵੀ ਸੰਖਿਆ ਹੋ ਸਕਦੀ ਹੈ, 1 ਵੀ ਹੋ ਸਕਦਾ ਹੈ, -1 ਵੀ ਹੋ ਸਕਦਾ ਹੈ, 0 ਵੀ ਹੋ ਸਕਦਾ ਹੈ। ਜੇ ਅਸੀਂ ਉਸ ਦੇ ਹਰ ਵਿੱਚ 1 ਲਿਖ ਦਈਏ ਤਾਂ ਉਹ m/1 ਦੇ ਰੂਪ ਵਿੱਚ ਬਣ ਜਾਵੇਗੀ, ਜਿਸ ਨੂੰ ਅਸੀਂ ਕੀ ਬੋਲਦੇ ਹਾਂ, ਪਰਿਮੇਯ
ਸੰਖਿਆ ਬੋਲਦੇ ਹਾਂ। ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਹਰ ਇੱਕ ਸੰਖਿਆ ਜੇ 7 ਹੈ 7/1 ਲਿਖ ਲਓ, ਹਾਂਜੀ। 8 ਹੈ ਤੇ 8/1 ਲਿਖ ਲਓ। ਇਹਦਾ ਮਤਲਬ ਜਿਹੜੀਆਂ ਵੀ ਸੰਪੂਰਨ ਸੰਖਿਆਵਾਂ ਨੇ ਉਹ ਕੀ ਨੇ, ਪਰਮੇਯ ਸੰਖਿਆ ਤਾਂ ਹੈ ਹੀ ਨੇ। ਠੀਕ ਹੈ। ਹਾਂਜੀ ਬੱਚਿਓ, ਅੱਗੇ ਹੈ ਹਰੇਕ ਪਰਿਮੇਯ ਸੰਖਿਆ ਇੱਕ ਸੰਪੂਰਨ ਸੰਖਿਆ ਹੁੰਦੀ ਹੈ। ਹੁਣ ਪਰਿਮੇਯ ਦੇ ਨਾਲ ਤੁਹਾਡੇ ਕੋਲ ਦਿਮਾਗ 'ਚ ਆ ਗਿਆ ਹੋਵੇਗਾ ਵੀ ਜਿਵੇਂ 1/5 ਹੈ, 1/5 ਪਰਿਮੇਯ ਸੰਖਿਆ ਤਾਂ ਹੈ, ਕੀ ਇਹ ਸੰਪੂਰਨ ਸੰਖਿਆ ਹੋ ਸਕਦੀ ਹੈ? ਨਹੀਂ। ਯਾਨੀ ਕਿ ਕੋਈ ਵੀ ਪਰਿਮੇਯ ਸੰਖਿਆ ਜਿਹੜੀ ਹੈ ਉਸ ਨੂੰ ਅਸੀਂ ਸੰਪੂਰਨ ਸੰਖਿਆ ਨਹੀਂ ਕਹਿ ਸਕਦੇ। ਹਰੇਕ ਪ੍ਰਾਕ੍ਰਿਤਿਕ ਸੰਖਿਆ ਇੱਕ ਪੂਰਨ ਸੰਖਿਆ ਹੁੰਦੀ ਹੈ। ਪ੍ਰਾਕ੍ਰਿਤਿਕ ਸੰਖਿਆ 1 ਤੋਂ ਸ਼ੁਰੂ ਹੁੰਦੀਆਂ ਹਨ, 1 2 3 4 5, ਯਾਨੀ ਕਿ ਇਹ ਸਾਰੀਆਂ ਪੂਰਨ ਦੇ ਵਿੱਚ ਵੀ ਆਉਂਦੀਆਂ ਹਨ। ਇਸ ਦਾ ਮਤਲਬ ਇਹ ਕੀ ਹੈ, ਸਾਡਾ ਸਹੀ ਆਨਸਰ ਹੈ, ਕਿਉਂਕਿ ਪੂਰਨ ਸੰਖਿਆਵਾਂ ਦੇ ਸਮੂਹ ਵਿੱਚ ਸਾਰੀਆਂ ਪ੍ਰਾਕ੍ਰਿਤਿਕ ਸੰਖਿਆਵਾਂ ਵੀ ਆ ਜਾਂਦੀਆਂ ਹਨ। ਹਰੇਕ ਸੰਪੂਰਨ ਸੰਖਿਆ ਇੱਕ ਪੂਰਨ ਸੰਖਿਆ ਹੁੰਦੀ ਹੈ। ਬੱਚਿਓ, ਮੈਨੂੰ ਤਾਂ ਲੱਗਦਾ ਵੀ ਹੁਣ ਤੁਹਾਨੂੰ ਸਾਰਾ ਕੁਝ ਮੈਂ ਨਾ ਵੀ ਦੱਸਾਂ ਨਾ, ਤੁਸੀਂ ਆਪ ਹੀ ਦੱਸ ਸਕਦੇ ਹੋ ਕਿ ਸੰਪੂਰਨ ਸੰਖਿਆਵਾਂ ਤਾਂ ਸਰ 0 ਵੀ ਹੁੰਦੀ ਹੈ, ਪਰ ਉਹ ਪੂਰਨ ਸੰਖਿਆ ਵੀ ਹੈ। ਪਰ -1 ਹੈ ਜਿਹੜੀ, ਉਹ ਸੰਪੂਰਨ ਸੰਖਿਆ ਤਾਂ ਹੈ, ਪਰ ਇਹ ਕੀ ਹੈ, ਪੂਰਨ ਸੰਖਿਆ ਨਹੀਂ ਹੈ। ਤਾਂ ਇਹਦਾ ਮਤਲਬ ਕੀ ਹੋ ਗਿਆ ਵੀ ਜਿੰਨੀਆਂ ਵੀ ਰਿਣਾਤਮਕ ਸੰਪੂਰਨ ਸੰਖਿਆਵਾਂ ਹਨ ਉਹ ਪੂਰਨ ਸੰਖਿਆਵਾਂ ਨਹੀਂ ਹੋ ਸਕਦੀਆਂ। ਇਸ ਦਾ ਮਤਲਬ ਕੀ ਹੈ, ਹਰੇਕ ਸੰਪੂਰਨ ਸੰਖਿਆ ਇੱਕ ਪੂਰਨ ਸੰਖਿਆ ਨਹੀਂ ਹੁੰਦੀ ਹੈ। ਆਓ ਇੱਕ ਲਾਸਟ ਅਸੀਂ ਪ੍ਰਸ਼ਨ ਲਈਏ। ਹਰੇਕ ਪਰਿਮੇਯ ਸੰਖਿਆ ਇੱਕ ਪੂਰਨ ਸੰਖਿਆ ਹੁੰਦੀ ਹੈ। ਪਰਿਮੇਯ ਸੰਖਿਆ ਉਹੀ ਬੱਚਿਓ ਜਿਨ੍ਹਾਂ ਨੂੰ ਅਸੀਂ ਅੰਸ਼ ਅਤੇ ਹਰ ਦੇ ਰੂਪ ਵਿੱਚ ਲਿਖ ਸਕਦੇ ਹਾਂ, ਜਿਸ ਦਾ ਜਿਹੜਾ ਹਰ ਹੈ ਉਹ 0 ਨਹੀਂ ਹੋਣਾ ਚਾਹੀਦਾ। ਜਿਵੇਂ ਸਾਡੇ ਕੋਲ ਫਿਰ ਉਹੀ 3/5 ਹੈ, ਇਹ ਇੱਕ ਪਰਿਮੇਯ ਸੰਖਿਆ ਹੈ, ਪਰ ਇਹ ਇੱਕ ਪੂਰਨ ਸੰਖਿਆ ਨਹੀਂ ਹੈ, ਯਾਨੀ ਕਿ ਗਲਤ, ਕਿਉਂਕਿ 3/5 ਇੱਕ ਪਰਿਮੇਯ ਸੰਖਿਆ ਹੈ, ਪਰ ਇਹ ਸੰਪੂਰਨ ਸੰਖਿਆ ਨਹੀਂ ਹੈ। ਸਰ ਬਹੁਤ ਹੀ ਦਿਲਚਸਪ ਸੀ ਸੰਖਿਆਵਾਂ ਨੂੰ ਜਾਣਨਾ। ਸੰਖਿਆ ਪ੍ਰਣਾਲੀ ਆਪਣੇ ਆਪ ਵਿੱਚ ਹੀ ਇੱਕ ਕਹਾਣੀ ਦੀ ਤਰ੍ਹਾਂ ਚੱਲ ਰਹੀ ਸੀ। ਤੁਸੀਂ ਸਰ ਕੁਝ ਅੱਜ ਬੱਚਿਆਂ ਨੂੰ ਦਿਖਾਉਣ ਵਾਸਤੇ ਵੀ ਲਿਆਏ ਹੋ। ਹਾਂਜੀ। ਠੀਕ ਹੈ, ਤਾਂ ਇਹ ਕਾਫੀ ਇੰਟਰਸਟਿੰਗ ਲੱਗ ਰਿਹਾ ਹੈ। ਬੱਚਿਓ, ਵਿਸ਼ਾਲ ਸਰ ਇੱਕ ਤੁਹਾਡੇ ਲਈ ਇੱਕ ਸੰਖਿਆ ਕਿਤਾਬ ਵੀ ਬਣਾ ਕੇ ਲਿਆਏ ਹਨ। ਉਸ ਸੰਖਿਆ ਕਿਤਾਬ ਨੂੰ ਅਗਰ ਤੁਸੀਂ ਇਹਨਾਂ ਨੂੰ ਖੋਲ ਕੇ ਦਿਖਾਓ ਸਰ, ਸੰਖਿਆ ਕਿਤਾਬ ਵਿੱਚ ਕੀ ਕੀ ਹੈ? ਹਾਂਜੀ ਬੱਚਿਓ, ਜਿੰਨਾ ਅਸੀਂ ਅੱਜ ਪੜ੍ਹਿਆ ਹੈ ਸੰਖਿਆ ਪ੍ਰਣਾਲੀ ਬਾਰੇ, ਅਸੀਂ ਪਹਿਲਾਂ ਕੀਤਾ ਸੀ ਵੀ ਸਾਡੇ ਕੋਲ ਜਿਹੜੀਆਂ ਸਭ ਤੋਂ ਪਹਿਲੀਆਂ ਸੰਖਿਆਵਾਂ ਹਨ ਉਹ ਹੈਗੀਆਂ ਪ੍ਰਾਕ੍ਰਿਤਿਕ ਸੰਖਿਆਵਾਂ, ਜਿਹੜੀਆਂ 1 ਤੋਂ ਸ਼ੁਰੂ ਹੁੰਦੇ ਕਿ ਅਗਰ ਅਸੀਂ 1 ਜੋੜਦੇ ਜਾਈਏ ਤਾਂ ਸਾਡੇ ਕੋਲ ਅਨੰਤ ਰੂਪ ਵਿੱਚ ਪ੍ਰਾਕ੍ਰਿਤਿਕ ਸੰਖਿਆਵਾਂ ਪ੍ਰਾਪਤ ਹੋ ਜਾਂਦੀਆਂ ਹਨ, ਜਿਸ ਦੀ ਸਭ ਤੋਂ ਜਿਹੜੀ ਛੋਟੀ ਪ੍ਰਾਕ੍ਰਿਤਿਕ ਸੰਖਿਆ ਹੈ ਉਹ 1 ਹੈ, ਤੇ ਸਭ ਤੋਂ ਵੱਡੀ ਜਿਹੜੀ ਪ੍ਰਾਕ੍ਰਿਤਿਕ ਸੰਖਿਆ ਹੈ ਉਸ ਨੂੰ ਅਸੀਂ ਦਰਸਾ ਨਹੀਂ ਸਕਦੇ। ਬੱਚਿਓ, ਜੇਕਰ ਮੈਂ ਇਸ ਕਿਤਾਬ ਦਾ ਅਗਲਾ ਪੰਨਾ ਖੋਲਾਂ ਤਾਂ ਸਾਡੇ ਕੋਲ ਕਿਆ ਹੋਇਆ, ਵੈਰੀ ਇੰਟਰਸਟਿੰਗ, ਸਾਡੇ ਕੋਲ ਸਿਫਰ ਵੀ ਆ ਗਿਆ ਹੈ। ਜੇ ਸਿਫਰ ਅਸੀਂ ਪ੍ਰਾਕ੍ਰਿਤਿਕ ਸੰਖਿਆਵਾਂ ਦੇ ਵਿੱਚ ਪਾ ਦਈਏ ਤਾਂ ਸਾਡੇ ਕੋਲ ਇਹ ਕੀ ਬਣ ਜਾਂਦੀਆਂ ਹਨ, ਪੂਰਨ ਸੰਖਿਆਵਾਂ ਬਣ ਜਾਂਦੀਆਂ ਹਨ। ਹੁਣ ਤੁਸੀਂ ਉਹਦੇ ਬਹੁਤ ਵਧੀਆ, ਹਾਂਜੀ, ਹੁਣ ਤੁਸੀਂ ਉਹਦੇ ਦੇਖ ਕੇ ਦੱਸ ਸਕਦੇ ਹੋ ਵੀ ਸਾਡੀ ਸਭ ਤੋਂ ਛੋਟੀ ਜਿਹੜੀ ਪੂਰਨ ਸੰਖਿਆ ਹੈ ਉਹ ਕਿੰਨੀ ਹੈ, ਸਿਫਰ ਹੈ। ਕਿਆ ਤੁਸੀਂ ਹੁਣ ਇਹਦੇ ਵਿੱਚ ਦੇਖ ਕੇ ਦੱਸ ਸਕਦੇ ਹੋ ਕਿ ਸਭ ਤੋਂ ਵੱਡੀ ਪੂਰਨ ਸੰਖਿਆ ਕਿਹੜੀ ਹੈ? ਨਹੀਂ ਦੱਸ ਸਕਦੇ, ਕਿਉਂਕਿ ਸਾਡੇ ਕੋਲ ਜਿਹੜੀਆਂ ਪੂਰਨ ਸੰਖਿਆਵਾਂ ਹਨ ਉਹ ਵੀ ਅੱਗੇ ਅੱਗੇ ਚੱਲਦੀਆਂ ਰਹਿੰਦੀਆਂ ਹਨ। ਆਓ ਬੱਚਿਓ ਅਗਲਾ ਪੰਨਾ ਖੋਲੀਏ ਅਸੀਂ। ਹੁਣ ਸਾਡੇ ਕੋਲ ਕੀ ਹੋਇਆ, ਸਿਫਰ ਤੋਂ ਬਾਅਦ -1 -2 -3, ਇਹ ਸਾਰਾ ਜੁੜ ਗਿਆ ਹੈ। ਇਹਨਾਂ ਸਾਰਿਆਂ ਨੂੰ ਜੋੜ ਕੇ ਅਸੀਂ ਇਹਨਾਂ ਨੂੰ ਕੀ ਬੋਲਿਆ ਸੀਗਾ, ਸੰਪੂਰਨ ਸੰਖਿਆਵਾਂ। ਸਰ ਮੈਂ ਅਗਲਾ ਪੇਜ ਉਠਾਵਾਂ ਹੁਣ ਕਿਤਾਬ ਦਾ, ਤੁਸੀਂ ਵੀ ਦੇਖੋ ਕਿ ਹੁਣ ਕਿਹੜੀਆਂ ਸੰਖਿਆਵਾਂ ਅੰਦਰੋਂ ਨਿਕਲ ਰਹੀਆਂ ਹਨ। ਦੇਖੋ ਬੱਚਿਓ, ਹੁਣ ਸਾਡੇ ਕੋਲ 1/5 0.35 0.5.12 ਇਹ ਸੰਖਿਆਵਾਂ ਨੂੰ ਅਸੀਂ ਕੀ ਬੋਲਦੇ ਸਨ, ਉਹ ਸੰਖਿਆਵਾਂ ਜਿਨ੍ਹਾਂ ਨੂੰ ਅਸੀਂ p/q ਦੇ ਰੂਪ ਵਿੱਚ ਲਿਖ ਸਕਦੇ ਹਾਂ, ਜਿੱਥੇ q ਹੈ ਜਿਹੜਾ ਉਹ 0 ਨਾ ਹੋਣਾ ਚਾਹੀਦਾ। ਇਹ ਤਾਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਲੱਗ ਗਿਆ। ਸਰ ਹੁਣ ਆਪਾਂ ਫਿਰ ਸੰਖਿਆ ਦਾ ਕੋਈ ਹੋਰ ਪੰਨਾ ਵੀ ਖੋਲੀਏ। ਹਾਂਜੀ ਬੱਚਿਓ, ਜੇਕਰ ਮੈਂ ਪੂਰੇ ਪੰਨੇ ਖੋਲਦਾ, ਹੁਣ ਸਾਡੇ ਕੋਲ ਕੀ ਆ ਗਿਆ, ਅਪਰਿਮੇਯ ਸੰਖਿਆਵਾਂ, ਉਹ ਸੰਖਿਆਵਾਂ ਜਿਨ੍ਹਾਂ ਨੂੰ ਅਸੀਂ p/q ਦੇ ਰੂਪ ਵਿੱਚ ਨਹੀਂ ਲਿਖ ਸਕਦੇ। ਹੁਣ ਇਹ ਸਾਰਾ ਸਾਡੇ ਕੋਲ ਕੀ ਬਣ ਗਿਆ ਹੈ,
ਵਾਸਤਵਿਕ ਸੰਖਿਆਵਾਂ ਦਾ ਸਮੂਹ ਬਣ ਗਿਆ ਹੈ, ਜਿਸ ਦੇ ਵਿੱਚ ਸਾਡੇ ਕੋਲ ਪ੍ਰਾਕ੍ਰਿਤਿਕ, ਪੂਰਨ, ਸੰਪੂਰਨ, ਪਰਿਮੇਯ ਤੇ ਅਪਰਿਮੇਯ ਇਹ ਸਾਰੀਆਂ ਸੰਖਿਆਵਾਂ ਆ ਗਈਆਂ ਹਨ। ਜਿੰਨੇ ਵੀ ਅਸੀਂ ਪ੍ਰਸ਼ਨ ਕੀਤੇ ਸੀ ਅਸੀਂ ਇਹਨਾਂ ਵਿੱਚੋਂ ਦੇਖ ਕੇ ਦੱਸ ਸਕਦੇ ਹਾਂ। ਜਿਵੇਂ ਤੁਹਾਨੂੰ ਪੁੱਛਿਆ ਗਿਆ ਸੀ ਵੀ ਕਿਆ ਹਰੇਕ ਪੂਰਨ ਸੰਖਿਆ ਪ੍ਰਾਕ੍ਰਿਤਿਕ ਸੰਖਿਆ ਹੋ ਸਕਦੀ ਹੈ, ਤੁਸੀਂ ਦੇਖੋਗੇ ਵੀ 0 ਤਾਂ ਪ੍ਰਾਕ੍ਰਿਤਿਕ ਸੰਖਿਆ ਦੇ ਵਿੱਚ ਨਹੀਂ ਆ ਰਹੀ, ਤਾਂ ਇਹਦਾ ਮਤਲਬ 0 ਜਿਹੜੀ ਹੈ ਉਹ ਪ੍ਰਾਕ੍ਰਿਤਿਕ ਸੰਖਿਆ ਨਹੀਂ ਹੈ। ਤਾਂ ਇਹਦਾ ਮਤਲਬ ਕਿ ਇਹ ਸਾਰੀਆਂ ਜਿੰਨੀਆਂ ਸੰਖਿਆਵਾਂ ਜਿਹੜੀਆਂ ਸਨ ਉਹ ਸਾਰੀਆਂ ਇਕੱਠੀਆਂ ਮਿਲ ਕੇ ਇਹਨਾਂ ਦਾ ਨਾਮ ਕੀ ਬਣ ਗਿਆ, ਵਾਸਤਵਿਕ ਹੋਇਆ। ਤਾਂ ਇਸ ਜਿਹੜੀ ਸਰ ਨੇ ਕਿਤਾਬ ਬਣਾਈ ਸੀ ਸੰਖਿਆ ਬੁੱਕ, ਇਸ ਨੇ ਸਾਨੂੰ ਸਾਰੀ ਸੰਖਿਆ ਪ੍ਰਣਾਲੀ ਦੇ ਬਾਰੇ ਹੌਲੀ ਹੌਲੀ ਕਰਕੇ ਦੱਸਤਾ। ਤੁਸੀਂ ਵੀ ਆਪਣੇ ਜਦੋਂ ਛੁੱਟੀਆਂ ਦੇ ਕੰਮ ਦੇ ਵਿੱਚ ਜਦੋਂ ਤੁਹਾਨੂੰ ਮਿਲੇਗਾ ਜਾਂ ਤੁਹਾਡਾ ਕੋਈ ਪੀਰੀਅਡ ਵਿਹਲਾ ਹੋਏ ਤਾਂ ਤੁਸੀਂ ਵੀ ਇਹ ਜਿਹੜੀ ਹੈ ਸੰਖਿਆ ਪ੍ਰਣਾਲੀ ਦੀ ਕਿਤਾਬ ਜਾਂ ਸੰਖਿਆ ਬੁੱਕ ਆਪਣੇ ਹੀ ਤਰੀਕੇ ਨਾਲ ਬਣਾ ਸਕਦੇ ਹੋ, ਤਾਂ ਕਿ ਤੁਸੀਂ ਆਪਣੇ ਸਾਥੀਆਂ ਨੂੰ ਬੜੀ ਆਸਾਨੀ ਨਾਲ ਸਮਝਾ ਸਕੋ। ਕੋਈ ਵੀ ਤੁਹਾਡੇ ਮਨ ਦੇ ਵਿੱਚ ਇਹ ਸ਼ੰਕਾ ਨਾ ਰਹੇ ਕਿ ਇਹ ਸੰਖਿਆ ਕਿਹੜੀ ਹੈ। ਜਿਉਂ-ਜਿਉਂ ਤੁਸੀਂ ਸੰਖਿਆਵਾਂ ਨੂੰ ਬੜੇ ਧਿਆਨ ਨਾਲ ਘੋਖੋਗੇ ਤੇ ਬੜੇ ਹੀ ਹੈਰਾਨੀਜਨਕ ਤੱਥ ਜਿਹੜੇ ਤੁਹਾਡੇ ਸਾਹਮਣੇ ਆਈ ਜਾਣਗੇ। ਕਦੀ ਤੁਹਾਨੂੰ ਅਗੇਤਰ ਸੰਖਿਆ ਲੱਭਣ 'ਚ ਮਜ਼ਾ ਆਉਂਦਾ ਹੈ, ਕਦੀ ਪਿਛੇਤਰ ਹੈ। ਫਿਰ ਤੁਸੀਂ ਦੇਖੋਗੇ ਕਿ ਮੈਂ ਹੁਣ ਅਗਰ ਦੁਬਾਰਾ ਤੁਹਾਨੂੰ ਵਾਪਸ ਧਿਆਨ ਲਿਆਉਂਦੀ ਹਾਂ ਕਿ ਸੰਪੂਰਨ ਸੰਖਿਆ ਵਿੱਚ ਆਇਆ, ਤੁਸੀਂ ਆਪਣੇ ਸਾਥੀ ਨੂੰ ਪੁੱਛ ਸਕਦੇ ਹੋ ਕਿ ਭਾਈ ਵੀ -3 ਵੱਡਾ ਕਿ -7 ਹੈ। ਹੋ ਸਕਦਾ ਉਹ 7 ਵੇਖ ਕੇ ਕਹਿ ਦੇ ਜੀ ਨਹੀਂ ਜੀ -7 ਵੱਡਾ, ਕਿਉਂਕਿ 7 ਨੂੰ ਲੱਗਦਾ ਕਿ ਜ਼ਿਆਦਾ ਹੈ। ਪਰ ਤੁਸੀਂ ਉਹਨੂੰ ਦੱਸ ਸਕਦੇ ਆ ਵੀ ਭਾਈ ਇਹ ਜਿਹੜੀ ਸੰਖਿਆ ਹੈਗੀ ਹੈ 0 ਤੋਂ ਤਾਂ ਕਿਤੇ ਦੂਰ ਚਲੇ ਗਈ ਹੈ, -3 ਤੋਂ ਵੀ ਦੂਰ ਚਲੇ ਗਈ ਹੈ। ਇਹਦਾ ਮਤਲਬ ਜਿਉਂ-ਜਿਉਂ ਸੰਖਿਆਵਾਂ ਜਿਹੜੀਆਂ ਨੇ ਉਹ ਖੱਬੇ ਪਾਸੇ ਜਾਂਦੀਆਂ ਨੇ, ਉਹ ਸੰਖਿਆਵਾਂ ਜਿਹੜੀਆਂ ਨੇ ਹੋਰ ਛੋਟੀਆਂ ਹੁੰਦੀਆਂ ਜਾਂਦੀਆਂ ਨੇ। ਯਾਨੀ ਕਿ ਸੰਖਿਆ ਕਿਤਾਬ ਵੀ ਤੁਹਾਡੇ ਵਾਸਤੇ ਇੱਕ ਬੜਾ ਅੱਛਾ ਟੂਲ ਬਣ ਜਾਂਦਾ ਹੈ ਕਿ ਅਸੀਂ ਆਪਣੀਆਂ ਚੀਜ਼ਾਂ ਜਿਹੜੀਆਂ ਵਾਈਜ਼ ਆ ਉਹਨੂੰ ਕਿਵੇਂ ਸਮਝਾ ਰਹੇ। ਹਮੇਸ਼ਾ ਤੁਹਾਨੂੰ ਯਾਦ ਰਹੇਗਾ ਕਿ ਜਿਹੜਾ ਵਾਸਤਵਿਕ ਸੰਖਿਆਵਾਂ ਇਹਦਾ ਬੜਾ ਵੱਡਾ ਪਰਿਵਾਰ ਹੈ, ਜਿਸ ਦੇ ਵਿੱਚ 2 ਵੱਡੇ ਘਰ ਨੇ। ਇਹਦੇ ਵਿੱਚ ਕੀ ਹੈ, ਇੱਕ ਪਾਸੇ ਆਪਰਿਮੇਯ ਸੰਖਿਆਵਾਂ ਨੇ ਜਿਵੇਂ ਕਿ ਸਰ ਨੇ ਦੱਸਿਆ, ਉਹਦੇ ਵਿੱਚ ਸਾਡੇ ਕੋਲ ਇਹੋ ਜਿਹੀਆਂ ਸੰਖਿਆਵਾਂ ਨੇ ਕਿ ਜਿਹੜੀਆਂ ਦਸ਼ਮਲਵ ਨਿਰੂਪਣ ਕਰਨ ਲੱਗਿਆਂ ਕਿਆ ਹੁੰਦੀਆਂ ਨੇ, ਅਸ਼ਾਂਤ ਵੀ ਹੁੰਦੀਆਂ ਨੇ ਔਰ ਅਣਵਰਤੀ ਵੀ ਆ ਜਾਂਦੀਆਂ। ਉਹਨਾਂ ਦਾ ਅਸੀਂ ਅਖੀਰ ਤੱਕ ਤੁਰੇ ਜਾਂਦੇ ਹਾਂ ਇਹਨਾਂ ਦੀ ਮੰਜ਼ਿਲ ਤੱਕ ਅਜੇ ਤੱਕ ਸਾਡੇ ਲਈ ਪਹੁੰਚਣਾ ਮੁਸ਼ਕਿਲ ਹੈ। ਪਰ ਬੜੀ ਇੰਟਰਸਟਿੰਗ ਦੀ ਗੱਲ ਹੈ ਕਿ ਜਦੋਂ ਅਗਲੀ ਵਾਰ ਤੁਹਾਨੂੰ ਸਰ ਲੈਕਚਰ ਦੇਣਗੇ ਜਾਂ ਤੁਹਾਡੇ ਨਾਲ ਦੁਬਾਰਾ ਗੱਲਬਾਤ ਕਰਨਗੇ ਗਣਿਤ ਦੀ, ਤੇ ਤੁਸੀਂ ਬੜੇ ਹੀ ਹੈਰਾਨ ਹੋਵੋਗੇ ਕਿ ਇਹ ਆਪਰਿਮੇਯ ਸੰਖਿਆਵਾਂ ਜਿਨ੍ਹਾਂ ਨੂੰ ਪੂਰਨ ਤੌਰ 'ਤੇ ਲੱਭਣਾ ਬੜਾ ਹੀ ਮੁਸ਼ਕਿਲ ਲੱਗ ਰਿਹਾ ਸੀ, ਉਹ ਸਾਡੀ ਸੰਖਿਆ ਰੇਖਾ 'ਤੇ ਉਹਨਾਂ ਦਾ ਘਰ ਹੈਗਾ। ਉਹ ਆਪਣੀ ਇੱਕ ਖਾਸ ਸਥਾਨ ਦੇ ਉੱਤੇ ਨਿਸ਼ਚਿਤ ਜਗ੍ਹਾ 'ਤੇ ਹੈਗੀਆਂ ਨੇ। ਔਰ ਸੰਖਿਆ ਰੇਖਾ ਹਰੇਕ ਸੰਖਿਆ ਨੂੰ, ਚਾਹੇ ਉਹ ਪੂਰਨ ਹੈ, ਚਾਹੇ ਸੰਪੂਰਨ ਹੈ, ਚਾਹੇ ਉਹ ਪਰਿਮੇਯ ਹੈ, ਚਾਹੇ ਅਪਰਿਮੇਯ ਹੈ, ਉਸ ਦਾ ਘਰ ਉਸ ਨੂੰ ਪ੍ਰਦਾਨ ਕਰਦੀ ਹੈ। ਯਾਨੀ ਕਿ ਉਹ ਨਿਸ਼ਚਿਤ ਜਗ੍ਹਾ 'ਤੇ ਅਸੀਂ ਸੰਖਿਆ ਰੇਖਾ 'ਤੇ ਉਸ ਦਾ ਸਥਾਨ ਅਸੀਂ ਲੱਭ ਸਕਦੇ ਹਾਂ, ਜਾਂ ਅਸੀਂ ਕਹਿ ਸਕਦੇ ਹਾਂ ਕਿ ਹਰ ਇੱਕ ਤਰ੍ਹਾਂ ਦੀ ਸੰਖਿਆ ਦਾ ਨਿਰੂਪਣ ਜਿਹੜਾ ਹੈ ਅਸੀਂ ਸੰਖਿਆ ਰੇਖਾ ਦੇ ਉੱਤੇ ਕਰ ਸਕਦੇ ਹਾਂ। ਅਤੇ ਇੱਕ ਜਿਹੜੀ ਸਰ ਨੇ ਸਭ ਤੋਂ ਵੱਡੀ ਗੱਲ ਇਹ ਦੱਸੀ ਸੀ ਕਿ ਹਰੇਕ 2 ਸੰਖਿਆਵਾਂ ਦੇ ਵਿਚਕਾਰ ਇੱਕ ਨਹੀਂ, ਕਿੰਨੀਆਂ ਸੰਖਿਆਵਾਂ ਹਨ, ਅਨੰਤ ਸੰਖਿਆਵਾਂ ਨੇ। ਔਰ ਉਹ ਵੀ ਅਨੰਤ ਸੰਖਿਆਵਾਂ ਜਿਹੜੀਆਂ ਨੇ ਅਸੀਂ ਸੰਖਿਆ ਰੇਖਾ 'ਤੇ ਲੱਭ ਸਕਦੇ ਹਾਂ। ਤੋ ਇਹ ਜਿਹੜਾ ਭੰਡਾਰ ਹੈ ਸੰਖਿਆਵਾਂ ਦਾ ਬੜਾ ਹੀ ਅਨੰਤ ਹੈ ਔਰ ਇਸ ਦੇ ਅੰਦਰ ਜਿਹੜਾ ਹੈ ਸੰਖਿਆਵਾਂ ਅਸੀਂ ਲੱਭ ਸਕਦੇ ਹਾਂ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਹੁਣ ਸੰਖਿਆ ਪ੍ਰਣਾਲੀ ਦੇ ਬਾਰੇ ਪੂਰੀ ਤਰ੍ਹਾਂ ਸਮਝ ਰਹੇ ਹੋਗੇ। ਤੁਸੀਂ ਆਪਣੀ ਜਿਹੜੀ ਪਾਠ ਪੁਸਤਕ ਹੈ ਜਾਂ ਉਹਦੇ ਵਿੱਚ ਵੀ ਇਹ ਨਹੀਂ ਸੋਚਣਾ ਕਿ ਸਿੱਧਾ ਸਵਾਲ ਹੀ ਲੱਭ ਲਓ। ਯੂ ਮਸਟ, ਜਦੋਂ ਤੁਹਾਡਾ ਥੋੜ੍ਹਾ ਖਾਲੀ ਸਮਾਂ ਹੁੰਦਾ ਤੁਸੀਂ ਉਹ ਸੰਖਿਆਵਾਂ ਦੀ ਕਹਾਣੀ ਪੜ੍ਹੋ। ਤੁਹਾਡੇ ਕੋਲ ਘਰ ਵਿੱਚ ਅਗਰ ਕੋਈ ਨੈਟ ਹੈ ਦੀ ਸੁਵਿਧਾ ਹੈ, ਉਸ ਨੂੰ ਪੂਰੀ ਤਰ੍ਹਾਂ ਪੜ੍ਹ ਕੇ ਦੇਖੋ ਕਿ ਕਿਵੇਂ ਸੰਖਿਆਵਾਂ ਦਾ ਇਤਿਹਾਸ ਆਇਆ। ਜਿਵੇਂ ਸਰ ਨੇ ਤੁਹਾਨੂੰ ਬਹੁਤ ਇੰਟਰਸਟਿੰਗ ਗੱਲਾਂ ਦੱਸੀਆਂ ਨੇ, ਉਹਨਾਂ ਇਤਿਹਾਸ ਨੂੰ ਪੜ੍ਹ ਕੇ ਕਾਪੀ 'ਤੇ ਲਿਖੋ। ਫਿਰ ਤੁਹਾਨੂੰ ਸੰਖਿਆ ਪ੍ਰਣਾਲੀ ਕਦੀ ਵੀ ਔਖੀ ਨਹੀਂ ਲੱਗੇਗੀ। ਠੀਕ ਹੈ, ਤਾਂ ਮੈਂ ਹੁਣ ਲਾਸਟ ਵਿੱਚ ਆਪਣੇ ਹੀ ਜਿਹੜੇ ਰਿਸੋਰਸ ਪਰਸਨ, ਬਹੁਤ ਹੀ ਮਿਹਨਤੀ ਔਰ ਬਹੁਤ ਇੰਟੈਲੀਜੈਂਟ ਵਿਸ਼ਾਲ ਕੁਮਾਰ ਜੀ ਦਾ ਧੰਨਵਾਦ ਕਰਦੀ ਹਾਂ ਕਿ ਤੁਹਾਨੂੰ ਉਹਨਾਂ ਨੇ ਬੜੇ ਵਿਸਤਾਰਪੂਰਕ ਔਰ ਬੜੇ ਦਿਲਚਸਪ ਤਰੀਕੇ ਦੇ ਨਾਲ ਸੰਖਿਆ ਪ੍ਰਣਾਲੀ ਬਾਰੇ ਵਿਸਤਾਰ ਨਾਲ ਦੱਸਿਆ ਹੈ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ।